ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਣਾ ਪ੍ਰੇਮ ਉਮਾਹਰਾ ਕਿਉਂ ਮਿਲਿਏ ਹਰ ਜਾਏ। ਮਨ ਤਨ ਪਿਆਸ ਦਰਸ਼ਨ ਕਣੀ ਉਜਾਨ ਮਿਲਾਵੇ ਮਾਏ। संत सहाय प्रेम के हों तिनके लागा पाए। वेण प्रभ क्यों सुख पाइए दूजी नाही जाए। जिन्हें जाकिया प्रेम रस से तृप्त रहे आगाए। आप त्याग गिनती करें लेहो प्रभु लड़ लाए। जो हर कंस मिलाइया से बिछुड़ कतै न जाए। प्रभु बिन दूजा को नहीं नामिक हर शरणाए। असु सुखी वसंदिया जिना मया हर राए। असु सुखी वसंदिया जिन्ना मया हर राए। वाहिगुरू जी का खालसा वाहिगुरू जी की फतेह। मानयोग साध संगत जी, ਪਿਆਸ ਹੈ ਤੁਸੀਂ ਸਾਰੇ ਜਾਣੇ ਅੱਜ ਦੇ ਵਿਸ਼ੇਸ਼ ਦੀਵਾਨਾਂ ਵਿੱਚ ਹਾਜ਼ਰੀ ਭਰਦੇ ਹੋਏ ਗੁਰੂ ਦੀਆਂ ਅਸੀਸਾਂ ਰਹਿਮਤਾਂ ਦੇ ਪਾਤਰ ਬਣ ਰਹੇ ਹੋ। ਆਓ ਦੇਸੀ ਮਹੀਨਿਆਂ ਦੇ ਅਨੁਸਾਰ ਆਰੰਭ ਹੋਏ ਅੱਸੂ ਦੇ ਮਹੀਨੇ ਪ੍ਰਤੀ ਜੋ ਗੁਰੂ ਸਾਹਿਬ ਜੀ ਦਾ ਉਪਦੇਸ਼ ਹੈ, ਜੋ ਸਾਡੀ ਪਰੰਪਰਾ ਹੈ ਕਿ ਦੇਸੀ ਕੈਲੰਡਰ ਅਨੁਸਾਰ ਜਦੋਂ ਮਹੀਨੇ ਦੀ ਆਰੰਭਤਾ ਹੁੰਦੀ ਹੈ ਤੇ ਆਪਾਂ ਗੁਰਬਾਣੀ ਵਿੱਚੋਂ ਮਾਂਝ ਰਾਗ ਵਿੱਚੋਂ ਜਾਂ ਤੁਖਾਰੀ ਰਾਗ ਵਿੱਚੋਂ ਉਸ ਮਹੀਨੇ ਦੇ ਪਰਥਾਏ ਮਹੀਨੇ ਦਾ ਨਾਮ ਸਾਹਮਣੇ ਰੱਖ ਕੇ ਉਚਾਰਨ ਕੀਤੇ ਹੋਏ ਉਪਦੇਸ਼ ਨੂੰ ਪੜ੍ਹਦੇ ਹਾਂ। ਹਾਲਾਂਕਿ ਇਹ ਬਾਣੀ ਕੇਵਲ ਕਵਿਤਾ ਦਾ ਇੱਕ ਰੂਪ ਹੈ, 12 ਮਾਹ ਇੱਕ ਕਾਵਿਕ ਰੂਪ ਹੈ। ਕਿਉਂਕਿ ਮਹੀਨੇ ਦਾ ਨਾਮ ਆਉਂਦਾ ਹੈ ਔਰ ਮੌਸਮ ਦੇ ਵਿੱਚ ਆਉਣ ਵਾਲੇ ਪਰਿਵਰਤਨ ਬਾਰੇ ਉਸ ਕਾਵਿਕ ਰੂਪ ਦੇ ਵਿੱਚ ਦਰਸਾਇਆ ਗਿਆ ਹੁੰਦਾ ਹੈ। ਤੇ ਸਾਡੀ ਪਰੰਪਰਾ ਬਣ ਗਈ ਕਿ ਚਲੋ ਇਸ ਮਹੀਨੇ ਜੇ ਆਪਾਂ ਇਸੇ ਸ਼ਬਦ ਦੇ ਆਧਾਰ ਤੇ ਕੁਝ ਗੁਰੂ ਕੀ ਮਤ ਗ੍ਰਹਿਣ ਕਰ ਲਈਏ ਤਾਂ ਸਾਡਾ ਇਹਦੇ ਨਾਲ ਹੀ ਸ਼ਾਇਦ ਭਲਾ ਹੋ ਜਾਏ। ਕਿਉਂਕਿ ਪੁਰਾਣੇ ਵੇਲਿਆਂ ਦੇ ਵਿੱਚ ਜਦੋਂ ਅੱਜ ਕੱਲ੍ਹ ਵਰਗੇ ਬਹੁਤੇ ਸਾਧਨ ਨਹੀਂ ਸਨ, ਅੱਜ ਤਾਂ ਸਾਡੇ ਕੋਲ ਮੋਬਾਈਲ ਜਾਂ ਸਾਡੇ ਗੁੱਟਾਂ ਤੇ ਲੱਗੀਆਂ ਹੋਈਆਂ ਘੜੀਆਂ ਜੇ ਅਸੀਂ ਪਹਿਲਾਂ ਹੀ ਸੈਟਿੰਗ ਕਰ ਲਈਏ ਤਾਂ ਸਾਨੂੰ ਉਹ ਦਿਨ ਜਾਂ ਉਸ ਘੜੀ ਬਾਰੇ ਸਾਡੀ ਆਪਣੀ ਗੁੱਟ ਤੇ ਲੱਗੀ ਹੋਈ ਵਾਚ ਸਾਨੂੰ ਗਿਆਤ ਕਰਵਾ ਦਿੰਦੀ ਹੈ ਅਲਾਰਮ ਦੇ ਕੇ ਕਿ ਤੂੰ ਕੁਝ ਵਿਸ਼ੇਸ਼ ਕਰਨਾ ਹੈ ਅੱਜ ਦੇ ਦਿਨ, ਚੇਤਾ ਕਰਾਉਣ ਵਾਸਤੇ। ਲੇਕਿਨ ਉਦੋਂ ਕੋਈ ਐਵੇਂ ਦੇ ਸਾਧਨ ਤਾਂ ਸਨ ਨਹੀਂ। ਕੁਝ ਖਾਸ ਦਿਨਾਂ ਬਾਰੇ ਲੋਕਾਂ ਨੂੰ ਹਮੇਸ਼ਾ ਹੀ ਯਾਦ ਰਹਿੰਦਾ ਸੀ। ਮਹੀਨਾ ਚੜ੍ਹਿਆ ਹੈ ਸੰਗਰਾਂਦ ਦੇ ਨਾਂ ਤੇ, ਮੱਸਿਆ ਸੂਰਜ ਦੇ ਨਾਂ ਤੇ, ਪੂਰਨਮਾਸ਼ੀ ਚੰਦ ਦੇ ਨਾਂ ਤੇ। ਫਿਰ ਕੁਝ ਫੈਸਟੀਵਲ ਸਨ ਬੜੇ ਮੁੱਖ ਤੌਰ ਤੇ ਮੌਸਮਾਂ ਨਾਲ ਜੁੜੇ ਹੋਏ, ਜਿਹਦੇ ਆਧਾਰ ਤੇ ਦੀਪਾਵਲੀ, ਜਿਹਦੇ ਆਧਾਰ ਤੇ ਵਿਸਾਖੀ। ਤੋਂ ਇਹ ਦਿਨ ਲੋਕਾਂ ਨੂੰ ਆਮ ਹੀ ਯਾਦ ਰਹਿੰਦੇ ਸਨ। ਇਹ ਕੁਝ ਵਿਸ਼ੇਸ਼ ਦਿਨ ਲੋਕਾਂ ਦੇ ਚਿੰਤਨ ਵਿੱਚ ਰਹਿੰਦੇ ਸਨ। ਤੇ ਗੁਰੂ ਸਾਹਿਬ ਨੇ ਕਿਹਾ ਚਲੋ ਇਹਨਾਂ ਦਿਨਾਂ ਨੂੰ ਸੰਗਤ ਜੋੜਨ ਵਾਸਤੇ ਆਪਾਂ ਇਸਤੇਮਾਲ ਕਰ ਲਈਏ। ਜਿਵੇਂ ਤੁਸੀਂ ਦੇਖ ਲਓ ਕਿ ਸੰਡੇ ਦੇ ਦਿਨ ਇਹਨਾਂ ਮੁਲਕਾਂ ਦੇ ਵਿੱਚ ਇਕੱਠ ਤਾਂ ਜ਼ਿਆਦਾ ਹੁੰਦਾ ਹੈ ਕਿਉਂਕਿ
लगभग सब ਨੂੰ छुट्टी होंदी है, बहुते लोग फ्री होंदे ने। इस वास्ते लोग संडे ਨੂੰ गुरुद्वारे ਵੱਡੀ ਪੱਧਰ ਤੇ ਆਉਂਦੇ ਨੇ। ਪਰ ਜੇ ਤੁਸੀਂ ਮਿਡਲ ਏਸ਼ੀਆ ਵਿੱਚ ਚਲੇ ਜਾਓ ਜਿੱਥੇ ਇਸਲਾਮਿਕ ਦੇਸ਼ ਨੇ ਤੇ ਉੱਥੇ ਬਹੁਤੇ ਇਕੱਠ ਸ਼ੁੱਕਰਵਾਰ ਵਾਲੇ ਦਿਨ ਹੁੰਦੇ ਨੇ। तो सुविधा ਨੂੰ ਸੰਗ ਕੋ ਰੱਖ ਕੇ ਹੀ ਕਈ ਵਾਰ ਅਸੀਂ ਕੁਝ ਆਪਣੇ ਪ੍ਰੋਗਰਾਮ ਜਿਹੜੇ ਨੇ ਉਹ ਆਜ਼ਾਦ ਕਰ ਲੈਂਦੇ ਹਾਂ। ਕੁਦਰਤੀ ਸਾਨੂੰ ਉਹਨਾਂ ਦਿਨਾਂ ਨੂੰ ਵਰਤੋਂ ਵਿੱਚ ਲਿਆਉਣਾ ਪੈਂਦਾ। ਹੁਣ ਵੀ ਤੁਸੀਂ ਦੇਖ ਲਓ ਸਾਡੇ ਗੁਰਦੁਆਰਾ ਸਾਹਿਬ ਦੇ ਕੈਲੰਡਰ ਦੇ ਵਿੱਚ ਸ਼ੁੱਕਰ ਤੇ ਸ਼ਨੀਵਾਰ ਆਨੰਦ ਕਾਰਜ ਬੁੱਕ ਹੁੰਦੇ ਨੇ, ਜ਼ਿਆਦਾਤਰ ਸ਼ਨੀਵਾਰ, ਕਿਉਂਕਿ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਚਲੋ ਜੇ ਅਸੀਂ ਆਪਣੀ ਇਸ ਰਸਮ ਨੂੰ ਸ਼ਨੀਵਾਰ ਨਿਭਾਵਾਂਗੇ, ਐਤਵਾਰ ਨਾਲ ਹੀ ਇੱਕ ਛੁੱਟੀ ਵਾਲਾ ਦਿਨ ਮਿਲ ਜਾਏਗਾ। ਕਈ ਵਾਰ ਕੁਝ ਲੋਕ ਸ਼ੁੱਕਰਵਾਰ ਆਨੰਦ ਕਾਰਜ ਦੀ ਰਸਮ ਤਾਂ ਕਰਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਸ਼ਨੀਵਾਰ ਤੇ ਐਤਵਾਰ ਦੋ ਦਿਨ ਜਿਹੜੇ ਨੇ ਸਾਡੇ ਲਈ ਕੱਢਣੇ ਸੌਖੇ ਹੋ ਜਾਣਗੇ। ਇਵੇਂ ਅਸੀਂ ਆਪਣੀ ਸੁਵਿਧਾ ਵੇਖਦੇ ਹਾਂ। ਤਾਂ ਸਿੱਖਾਂ ਦੇ ਵਿੱਚ ਇੱਕ ਸੁਵਿਧਾ ਸੀ, ਇਹ ਮਿਤੀਆਂ ਲੋਕਾਂ ਨੂੰ ਚੇਤੇ ਵਿੱਚ ਰਹਿੰਦੀਆਂ ਸਨ। ਇਸ ਵਾਸਤੇ ਮੱਸਿਆ ਤੇ ਸੰਗਰਾਮ ਤੇ ਪੂਰਨਮਾਸ਼ੀ ਤੇ ਦੀਪਾਵਲੀ ਤੇ ਵਿਸਾਖੀ ਤੇ ਗੁਰਦੁਆਰਿਆਂ ਦੇ ਵਿੱਚ ਇਕੱਠ ਹੋਣੇ ਸ਼ੁਰੂ ਹੋ ਗਏ, ਕਿਉਂਕਿ ਮਹੀਨੇ ਦੀ ਆਰੰਭਤਾ ਸਾਡੇ ਦੇਸੀ ਕੈਲੰਡਰ ਦੇ ਅਨੁਸਾਰ ਇਹ ਦਿਨ ਇਸ ਕਾਵਿਕ ਰੂਪ ਦੇ ਵਿੱਚ ਅੰਕਿਤ ਸਨ ਤੇ ਸੁਭਾਵਕ ਹੀ ਇੱਕ ਪਰੰਪਰਾ ਬਣ ਗਈ ਕਿ ਜਿਸ ਮਹੀਨੇ ਦੀ ਆਰੰਭਤਾ ਹੋ ਰਹੀ ਹੁੰਦੀ ਕਿਉਂ ਨਾ ਉਸ ਨਾਮ ਨਾਲ ਜੁੜੇ ਹੋਏ ਸ਼ਬਦ ਨੂੰ ਪੜ੍ਹ ਲਿਆ ਜਾਏ ਤੇ ਉਹਦੇ ਵਿੱਚੋਂ ਕੁਝ ਸਮਝਿਆ ਜਾਏ। ਜਿਵੇਂ ਅੱਜ ਦਾ ਇਹ ਪਾਵਨ ਸ਼ਬਦ ਹੈ ਜਿਹਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਅਸੂ ਦਾ। ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀਐ ਹਰ ਜਾਏ। ਵੈਸੇ ਜੇ ਮੌਸਮ ਨੂੰ ਵੇਖਿਆ ਜਾਏ, ਸੌਣ ਦੇ ਮਹੀਨੇ ਵਿੱਚ ਬਹੁਤ ਜ਼ਿਆਦਾ ਮੀਂਹ ਪੈਂਦਾ ਸੀ, ਭਾਦੋਂ ਦੇ ਵਿੱਚ ਵੀ ਕੁਝ ਮੀਂਹ ਪੈਂਦਾ ਸੀ, ਲੇਕਿਨ ਘੱਟ। ਲੇਕਿਨ ਜਿਵੇਂ ਜ਼ਿਆਦਾ ਮੀਂਹ ਪੈਣ ਕਰਕੇ ਸੌਣ ਦੇ ਮਹੀਨੇ ਵਿੱਚ ਝੜੀ ਲੱਗੀ ਰਹਿੰਦੀ ਸੀ, ਕੁਝ ਗਰਮੀ ਤੋਂ ਰਾਹਤ, ਪਰ ਭਾਦੋਂ ਦੇ ਵਿੱਚ ਜ਼ਿਆਦਾ ਮੀਂਹ ਨਾ ਪੈਣ ਕਰਕੇ ਜਦੋਂ ਮੀਂਹ ਪੈਂਦਾ ਸੀ ਇੱਕਦਮ ਹੁਮਸ ਪੈਦਾ ਹੁੰਦਾ ਸੀ, ਬੰਦਾ ਤੰਗ ਆ ਜਾਂਦਾ ਸੀ, ਪਸੀਨਿਓਂ ਪਸੀਨੇ ਹੋ ਜਾਂਦਾ ਸੀ। ਪਰ ਅੱਗੇ ਜਦੋਂ ਅੱਸੂ ਆਉਂਦਾ ਹੈ, ਸਾਡਾ ਅਖਾਣ ਵੀ ਇਹ ਪੰਜਾਬੀ ਦਾ ਸਿਆਣੇ ਕਹਿੰਦੇ ਨੇ ਅੱਸੂ ਮਹ ਨਿਰਾਲੇ, ਦਿਨੇ ਧੁੱਪਾਂ ਤੇ ਰਾਤ ਨੂੰ ਪਾਲੇ। ਦਿਨੇ ਧੁੱਪ ਲੱਗ ਗਈ, ਰਾਤ ਨੂੰ ਥੋੜਾ ਰਾਤਾਂ ਠੰਡੀਆਂ ਹੋ ਗਈਆਂ, ਹੁਣ ਮੀਂਹ ਜ਼ਿਆਦਾ ਨਹੀਂ ਪੈ ਰਿਹਾ, ਹੁਮਸ ਘੱਟ ਹੈ। ਇਸ ਵਾਸਤੇ ਇਸ ਮਹੀਨੇ ਦੇ ਵਿੱਚ ਲੋਕ ਬਹੁਤ ਸਾਰੇ ਪ੍ਰੋਗਰਾਮ ਉਲੀਕ ਲੈਂਦੇ ਸਨ। ਜੇ ਕਿਸੇ ਨੇ ਸਫ਼ਰ ਤੇ ਜਾਣਾ ਹੈ, ਘੁੰਮਣ ਫਿਰਨ ਵਾਸਤੇ ਜਾਣਾ ਹੈ, ਉਹ ਯਾਤਰਾ ਕਰਨ ਦਾ ਪ੍ਰੋਗਰਾਮ ਉਲੀਕ ਲੈਂਦਾ ਸੀ। ਜੇ ਕਿਸੇ ਨੇ ਕਿਸੇ ਪ੍ਰਕਾਰ ਦਾ ਕੋਈ ਸਮਾਜਿਕ ਕਾਰ ਵਿਹਾਰ ਦਾ ਆਪਣੇ ਘਰ ਦੇ ਵਿੱਚ ਇਕੱਠ ਕਰਨਾ ਹੈ ਤੇ ਉਹ ਵੀ ਕਹਿੰਦਾ ਸੀ ਇਹ ਥੋੜਾ ਮੌਸਮ ਠੀਕ ਹੈ, ਚਲੋ ਇਸ ਮੌਸਮ ਦੇ ਵਿੱਚ ਆਪਾਂ ਆਪਣੇ ਘਰ ਦਾ ਕੋਈ ਸਮਾਗਮ ਉਲੀਕ ਲਈਏ। ਇਸ ਵਾਸਤੇ ਇਸ ਮਹੀਨੇ ਨੂੰ ਉਮਾਹ ਦੇ ਨਾਲ ਜੋੜਿਆ ਗਿਆ। ਉਮਾਹ, ਖਿਆਲ ਕਰਿਓ ਕਿ ਕੁਝ ਉਹ ਮਹੀਨੇ ਨੇ ਜਿਨ੍ਹਾਂ ਵਿੱਚ ਯਾਤਰਾ ਕਰਨ ਤੋਂ ਵੀ ਡਰ ਲੱਗਦਾ ਹੈ, ਰਸਤੇ ਵਿੱਚ ਮੀਂਹ ਪੈਣ ਲੱਗ ਜਾਏਗਾ। ਵੇਖੋ ਮੈਂ ਉਹਨਾਂ ਸਮਿਆਂ ਦੀ ਗੱਲ ਕਰ ਰਿਹਾ, ਅੱਜ ਦੀ ਨਹੀਂ ਕਿ ਤੁਸੀਂ ਕਹੋ ਕਿ ਅੱਜ ਤਾਂ ਕਾਰਾਂ ਦੇ ਬੰਦਾ ਆਪਣੀ ਕਾਰ ਦੇ ਉੱਪਰ ਜਾ ਰਿਹਾ ਹੈ, ਕੀ ਫਰਕ ਪੈਣ ਲੱਗੇ। ਨਹੀਂ, ਉਸ ਸਮੇਂ ਦੇ ਵਿੱਚ ਜਾ ਕੇ ਆਪਾਂ ਸੋਚੀਏ ਜਦੋਂ ਗੁਰੂ ਸਾਹਿਬ ਗੱਲ ਕਰ ਰਹੇ ਨੇ, ਮੌਸਮ ਦੇ ਪ੍ਰਭਾਵ ਕਰਕੇ ਨਾ ਬੰਦਾ ਸਫ਼ਰ ਤੇ ਨਿਕਲਦਾ ਸੀ, ਨਾ ਆਪਣੇ ਘਰ ਦੇ ਵਿੱਚ ਕੋਈ ਪ੍ਰੋਗਰਾਮ ਉਲੀਕਦਾ ਸੀ, ਪਰ ਪਹਿਲਾਂ ਹੀ ਸੋਚਿਆ ਹੁੰਦਾ ਸੀ ਕਿ ਆਪਾਂ ਆਹ ਕੰਮ ਅੱਸੂ ਦੇ ਵਿੱਚ ਕਰਾਂਗੇ। ਬਹੁਤ ਸਾਰੇ ਵਿਆਹ ਸਮਾਗਮ ਜਿਹੜੇ ਪਹਿਲਾਂ ਨਹੀਂ ਸਨ ਹੁੰਦੇ, ਅੱਸੂ ਦੇ ਮਹੀਨੇ ਦੇ ਵਿੱਚ ਇਹੋ ਜਿਹੇ ਫੰਕਸ਼ਨ ਜਿਹੜੇ ਸਨ ਉਹ ਵੀ ਘਰਾਂ ਦੇ ਵਿੱਚ ਆਰੰਭ ਹੋ ਜਾਂਦੇ ਸਨ। ਬੰਦਾ ਪਹਿਲਾਂ ਹੀ ਸੋਚ ਲੈਂਦਾ ਸੀ 2-4 ਮਹੀਨੇ ਪਹਿਲਾਂ ਹੀ, ਤੇ ਉਹਦੇ ਮਨ ਦੇ ਵਿੱਚ ਮਹੀਨਾ ਆਰੰਭ ਹੁੰਦਿਆਂ ਹੀ ਇੱਕ ਉਤਸ਼ਾਹ ਪੈਦਾ ਹੁੰਦਾ ਸੀ ਕਿ ਹੁਣ ਇਸ ਮਹੀਨੇ ਵਿੱਚ ਆਪਾਂ ਖੁਸ਼ੀ ਦਾ ਕਾਰਜ ਆਰੰਭ ਕਰਨਾ ਹੈ, ਖੁਸ਼ੀ ਦੇ ਕਾਰਜ ਦੇ ਵਿੱਚ ਜਾ ਕੇ ਅਸੀਂ ਹਿੱਸਾ ਪਾਉਣਾ ਹੈ, ਅਸੀਂ ਉਸ ਖੁਸ਼ੀ ਦੇ ਸਮਾਗਮ ਦੇ ਵਿੱਚ ਅਸੀਂ ਪਹੁੰਚਣਾ ਹੈ ਤੇ ਉਹਨੂੰ ਇੰਜੋਏ ਕਰਨਾ ਹੈ। ਇਸ ਕਰਕੇ ਇਸ ਮਹੀਨੇ ਨੂੰ ਉਮਾਹ ਕਿਹਾ ਗਿਆ। ਮਹਾਰਾਜ ਕਹਿੰਦੇ ਨੇ ਅਸੁਨ ਪ੍ਰੇਮ ਉਮਾਹੜਾ। ਉਮਾਹ ਦਾ ਅਰਥ ਹੁੰਦਾ ਹੈ ਉਛਾਲਾ ਪੈਦਾ ਹੋਣਾ, ਕੁਝ ਨਵਾਂ ਕਰਨ ਦੀ ਭਾਵਨਾ ਦਾ ਸਾਡੇ ਮਨ ਦੇ ਵਿੱਚ ਜਿਹੜਾ ਪ੍ਰਗਟਾਅ ਹੈ ਉਹਨੂੰ ਉਮਾਹ ਕਿਹਾ ਜਾਂਦਾ ਹੈ।
ਤੇ ਇੱਕ ਗੱਲ ਦਾ ਖਿਆਲ ਕਰਿਓ, ਉਮਾਹ ਤੋਂ ਬਿਨਾਂ ਅਸੀਂ ਆਪਣੀ ਜ਼ਿੰਦਗੀ ਵਿੱਚ ਕੁਝ ਵੀ ਨਹੀਂ ਕਰ ਸਕਦੇ, ਕਿਉਂਕਿ ਉਮਾਹ ਦੇ ਉੱਪਰ ਹੀ ਇਹ ਉਪਦੇਸ਼ ਟਿਕਿਆ ਹੋਇਆ ਹੈ। ਗੁਰੂ ਸਾਹਿਬ ਸਾਨੂੰ ਦੱਸਣਾ ਇਹ ਚਾਹੁੰਦੇ ਨੇ ਕਿ ਤੇਰਾ ਜ਼ਿੰਦਗੀ ਰੂਪੀ ਜਿਹੜਾ ਅਸੂਲ ਹੈ, ਇਹ ਜਿਹੜਾ ਤੈਨੂੰ ਜੀਵਨ ਪ੍ਰਾਪਤ ਹੋਇਆ ਹੈ, ਜੇ ਇਸ ਜ਼ਿੰਦਗੀ ਦੇ ਵਿੱਚ ਤੇਰੇ ਜੀਵਨ ਦੇ ਵਿੱਚ ਉਮਾਹ ਨਾ ਹੋਇਆ ਤੇ ਤੂੰ ਕਿਸੇ ਪ੍ਰਕਾਰ ਦੀ ਤਰੱਕੀ ਨਹੀਂ ਕਰ ਸਕਦਾ। ਆਤਮਿਕ ਤੌਰ ਤੇ, ਪਦਾਰਥਿਕ ਤੌਰ ਤੇ, ਕਿਸੇ ਵੀ ਰੂਪ ਦੇ ਵਿੱਚ ਜੇ ਤੂੰ ਤਰੱਕੀ ਕਰਨੀ ਹੈ ਤੇ ਤੇਰੇ ਅੰਦਰ ਉਤਸ਼ਾਹ ਦਾ ਹੋਣਾ ਬਹੁਤ ਜ਼ਰੂਰੀ ਹੈ। ਜਿਨ੍ਹਾਂ ਦੀ ਜ਼ਿੰਦਗੀ ਵਿੱਚ ਉਤਸ਼ਾਹ ਨਹੀਂ ਹੁੰਦਾ, ਮੰਨੋ ਇੱਕ ਵਿਦਿਆਰਥੀ ਹੈ, ਉਹਨੇ ਪੜ੍ਹਨਾ, ਪਰ ਪੜ੍ਹਨ ਦੇ ਪ੍ਰਤੀ ਉਹਦੇ ਮਨ ਵਿੱਚ ਕੋਈ ਉਤਸ਼ਾਹ ਨਹੀਂ, ਉਹ ਚੰਗੇ ਨੰਬਰ ਲੈ ਕੇ ਕਦੇ ਪਾਸ ਨਹੀਂ ਹੋ ਸਕਦਾ, ਉਹ ਆਪਣੇ ਸਬਜੈਕਟ ਦੇ ਵਿੱਚ ਪਰਫੈਕਟ ਕਦੇ ਨਹੀਂ ਹੋ ਸਕਦਾ, ਉਹ ਕਦੇ ਮਿਹਨਤ ਕਰਕੇ ਉਸ ਕੰਮ ਦੇ ਵਿੱਚ ਐਕਸਪਰਟ ਨਹੀਂ ਹੋ ਸਕਦਾ, ਕਿਉਂਕਿ ਉਹਦੇ ਮਨ ਦੇ ਵਿੱਚ ਉਤਸ਼ਾਹ ਨਹੀਂ। ਜੇ ਉਤਸ਼ਾਹ ਤੋਂ ਬਿਨਾਂ ਉਹ ਕੰਮ ਕੀਤਾ ਜਾਏਗਾ ਤੇ ਉਹਨੂੰ ਮਹਾਰਾਜ ਪਤਾ ਕੀ ਕਹਿੰਦੇ ਨੇ, ਸਤਿਗੁਰੂ ਕਹਿੰਦੇ ਨੇ, ਬੱਦਾ ਚੱਟੀ ਜੋ ਭਰੈ, ਨਾ ਗੁਣ ਨਾ ਉਪਕਾਰ। ਮੈਂ ਕੱਲ ਹੀ ਇੱਥੇ ਗੱਲ ਕਰ ਰਿਹਾ ਸਾਂ, ਔਰ ਪਿਛਲੇ ਹਫ਼ਤੇ ਵੀ ਆਪਾਂ ਥੋੜੀ ਜਿਹੀ ਗੱਲ ਕੀਤੀ ਸੀ ਪੜ੍ਹਾਈ ਦੇ ਪ੍ਰਤੀ, ਐਜੂਕੇਸ਼ਨ। ਖਿਆਲ ਕਰਿਓ, ਗੁਰਬਾਣੀ ਵਿੱਚ ਮਹਾਰਾਜ ਕਹਿੰਦੇ ਨੇ ਕਿ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਅਸੀਂ ਐਜੂਕੇਟ ਤਾਂ ਹੋਣਾ ਤਾਂ ਕਿ ਸਾਡੇ ਰਾਹੀਂ ਦੂਜਿਆਂ ਦਾ ਭਲਾ ਹੋਵੇ। ਜਿੰਨੀਆਂ ਪੜ੍ਹਾਈਆਂ ਨੇ, ਜੋ ਕੁਝ ਵੀ ਅਸੀਂ ਪੜ੍ਹਦੇ ਹਾਂ, ਕਿਉਂ ਪੜ੍ਹਦੇ ਹਾਂ? ਕਿ ਸਾਡੀ ਪੜ੍ਹਾਈ ਦੇ ਰਾਹੀਂ ਸਾਡਾ ਆਪਣਾ ਵੀ ਭਲਾ ਹੋਵੇ, ਸਾਡੇ ਪਰਿਵਾਰ ਦਾ ਵੀ ਫਾਇਦਾ ਹੋਵੇ ਤੇ ਸਾਡੀ ਸੁਸਾਇਟੀ ਦਾ ਵੀ ਫਾਇਦਾ ਹੋਵੇ। ਤੇ ਗੁਰੂ ਸਾਹਿਬ ਵੀ ਕਹਿੰਦੇ ਨੇ ਵਿਦਿਆ ਵਿਚਾਰਨਾ ਇਸ ਵਾਸਤੇ ਹੁੰਦਾ ਹੈ ਤਾਂ ਕਿ ਅਸੀਂ ਪਰ ਉਪਕਾਰ ਕਰ ਸਕੀਏ, ਦੂਸਰਿਆਂ ਦਾ ਭਲਾ ਕਰ ਸਕੀਏ। ਲੇਕਿਨ ਜੇ ਸਾਡੀ ਮਿਹਨਤ ਦੇ ਵਿੱਚ ਉਤਸ਼ਾਹ, ਪਹਿਲੀ ਗੱਲ ਤਾਂ ਇਹ ਮਿਹਨਤ ਹੀ ਨਹੀਂ ਕੀਤੀ ਜਾ ਸਕਦੀ, ਮਿਹਨਤ ਕਰਦਾ ਹੀ ਉਹ ਹੈ ਜਿਹਦੇ ਅੰਦਰ ਉਤਸ਼ਾਹ ਹੁੰਦਾ। ਇੱਕ ਖਿਡਾਰੀ ਜਿਹੜੀ ਖੇਡ ਉਹ ਖੇਡਦਾ, ਜੇ ਉਹਨੂੰ ਮਜ਼ਾ ਨਹੀਂ ਆਉਂਦਾ ਉਹ ਖੇਡਣ ਦੇ ਦੌਰਾਨ ਤੇ ਖਿਆਲ ਕਰਿਓ ਵੱਧ ਤੋਂ ਵੱਧ ਪ੍ਰੈਕਟਿਸ ਨਹੀਂ ਕਰ ਸਕਦਾ। ਸਿਆਣੇ ਕਹਿੰਦੇ ਨੇ ਕਿ ਫਲਾਣੇ ਬੰਦੇ ਨੂੰ ਫਲਾਣੀ ਖੇਡ ਦਾ ਨਸ਼ਾ ਲੱਗਾ ਹੋਇਆ। ਅਸਲੀਅਤ ਇਹ ਹੁੰਦੀ ਹੈ ਕਿ ਬੰਦੇ ਦੇ ਦਿਮਾਗ ਦੇ ਵਿੱਚ ਕੁਝ ਕੈਮੀਕਲ ਐਸੇ ਬਣਦੇ ਨੇ, ਜਿਵੇਂ ਆਮ ਹੀ ਪੜ੍ਹਨ ਨੂੰ ਮਿਲਦਾ ਹੈ, ਗੱਲਾਂ ਵੀ ਕੀਤੀਆਂ ਜਾਂਦੀਆਂ ਨੇ। ਡੋਪਾਮਾਈਨ ਜਿਹੜਾ ਹੈ ਉਹ ਰਿਲੀਜ਼ ਕਰਦਾ ਹੈ ਬ੍ਰੇਨ। ਜਦੋਂ ਉਹ ਬੰਦਾ ਕੰਮ ਕਰਨ ਲੱਗਦਾ ਹੈ, ਇੱਕਦਮ ਉਹ ਬ੍ਰੇਨ ਦੇ ਵਿੱਚ ਉਹ ਕੈਮੀਕਲ ਜਦੋਂ ਬਣਦਾ ਹੈ ਤੇ ਉਹਦਾ ਹੋਰ ਜ਼ਿਆਦਾ ਅੱਗੇ ਵਧਣ ਨੂੰ, ਜ਼ਿਆਦਾ ਮਿਹਨਤ ਕਰਨ ਨੂੰ, ਜ਼ਿਆਦਾ ਸਫਲ ਹੋਣ ਨੂੰ ਉਹਦੇ ਅੰਦਰ ਉਤਸ਼ਾਹ ਪੈਦਾ ਹੁੰਦਾ ਹੈ। ਪਰ ਜੇ ਬੰਦੇ ਦਾ ਲਗਾਓ ਨਹੀਂ ਹੈਗਾ ਉਸ ਕੰਮ ਦੇ ਨਾਲ, ਬੰਦਾ ਉਨੀ ਪ੍ਰੈਕਟਿਸ ਨਹੀਂ ਕਰ ਸਕਦਾ। ਖਿਡਾਰੀ ਉਸ ਖੇਡ ਦੇ ਵਿੱਚ ਉਨੀ ਪ੍ਰੈਕਟਿਸ ਨਹੀਂ ਕਰ ਸਕਦਾ। ਆਪਾਂ ਕਈ ਵਾਰ ਕਹਿੰਦੇ ਹਾਂ, ਲਓ ਜੀ ਸੰਗਤ ਗੁਰਦੁਆਰੇ ਬਹਿੰਦੀ ਕਿਉਂ ਨਹੀਂ? ਮੇਰੇ ਵਰਗੇ ਪ੍ਰਚਾਰਕ, ਮੈਂ ਵੀ ਕਈ ਵਾਰ ਕਹਿ ਦਿੰਦਾ, ਪਰ ਅਸਲੀਅਤ ਇਹ ਹੁੰਦੀ ਹੈ ਕਿ ਜਿਨ੍ਹਾਂ ਦੇ ਅੰਦਰ ਉਤਸ਼ਾਹ ਨਹੀਂ ਹੈਗਾ ਸੰਗਤ ਕਰਨ ਦਾ। ਕਿਉਂਕਿ ਸੰਗਤ ਕਰਨ ਦਾ ਅਰਥ ਹੈ ਕਿ ਅਸੀਂ ਕੁਝ ਸਿੱਖਣਾ ਹੈ, ਕੁਝ ਸਮਝਣਾ ਹੈ। ਆਮ ਹੀ ਆਪਾਂ ਕਹਿੰਦੇ ਹਾਂ, ਮੈਂ ਖੁਦ ਕਈ ਵਾਰ ਇਹ ਗੱਲ ਕਹਿੰਦਾ ਕਿ ਇੰਡੀਅਨ ਲੋਕ ਲਿਟਰੇਰੀ ਪਰਸਨ ਨਹੀਂ ਹੁੰਦੇ, ਸਾਡੀਆਂ ਲਾਇਬ੍ਰੇਰੀਜ਼ ਖਾਲੀ ਰਹਿੰਦੀਆਂ ਨੇ। ਇੱਕ ਵਾਰ ਜਦੋਂ ਮੈਂ ਸ਼ੁਰੂ ਵਿੱਚ ਇੱਥੇ ਆਇਆ ਤੇ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਸਨ ਉਹ ਕਰਮਨ ਲਾਇਬ੍ਰੇਰੀ ਦੇ ਵਿੱਚੋਂ ਇੱਥੇ ਆਈਆਂ, ਸਾਡੇ ਕੋਲ ਡੱਬੇ ਭਰ ਕੇ ਆਈਆਂ। ਤਾਂ ਮੈਂ ਪੁੱਛਿਆ ਉਹਨਾਂ ਬਜ਼ੁਰਗਾਂ ਕੋਲੋਂ, ਜਿਹੜੇ ਬਜ਼ੁਰਗਾਂ ਨੇ ਉਹ ਕਿਤਾਬਾਂ ਬੰਨ ਕੇ ਇੱਥੇ ਭੇਜੀਆਂ ਸੀ, ਮੈਂ ਕਿਹਾ ਕੀ ਗੱਲ ਲਾਇਬ੍ਰੇਰੀ ਬੰਦ ਹੋ ਗਈ? ਕਹਿੰਦੇ ਨਹੀਂ, ਲਾਇਬ੍ਰੇਰੀ ਬੰਦ ਨਹੀਂ ਹੋਈ। ਇੱਥੇ ਦਾ ਰੂਲ ਹੈ ਕਿ ਜਿਹੜੀ ਬੁੱਕ ਨੂੰ ਇੱਕ ਉਹਨਾਂ ਨੇ ਟਾਈਮ ਲਿਮਿਟ ਜਿਹੜੀ ਹੈ ਬਣਾਈ ਹੁੰਦੀ ਹੈ, ਕਿਸੇ ਬੁੱਕ ਨੂੰ ਜੇ ਕੋਈ ਇਸ਼ੂ ਨਹੀਂ ਕਰਵਾਉਂਦਾ ਤੇ ਉਸ ਬੁੱਕ ਨੂੰ ਉਹ ਫਿਰ ਬਾਹਰ ਕੱਢ ਦਿੰਦੇ ਨੇ। ਤੇ ਤੁਸੀਂ ਆਪ ਸੋਚੋ ਕਿ ਪੰਜਾਬੀ ਦੀਆਂ ਇੰਨੀਆਂ ਬੁੱਕਸ ਉੱਥੋਂ ਕੱਢ ਦਿੱਤੀਆਂ ਗਈਆਂ ਜਿਨ੍ਹਾਂ ਨੂੰ ਕਦੇ ਕਿਸੇ ਨੇ ਇਸ਼ੂ ਹੀ ਨਹੀਂ ਸੀ ਕਰਾਇਆ। ਹੁਣ ਆਪਾਂ ਉੱਪਰ ਲਾਇਬ੍ਰੇਰੀ ਬਣਾਈ ਹੋਈ ਹੈ, ਪਰ ਜੇ ਤੁਸੀਂ ਗਿਣਤੀ ਕਰਨ ਲੱਗੋਗੇ, ਗਿਣਤੀ ਦੇ ਲੋਕ ਨੇ ਜਿਹੜੇ ਕੁਝ ਚੰਗੀਆਂ ਕਿਤਾਬਾਂ ਲੈ ਕੇ ਪੜ੍ਹਦੇ ਨੇ। ਹੁਣੇ ਇੱਕ ਬੁੱਕ ਦੇ ਬਾਰੇ ਇੱਥੇ ਅਨਾਉਂਸ ਕੀਤਾ ਗਿਆ ਕਿ ਕਿਤਾਬ ਜਿਹੜੀ ਹੈ ਬੱਚਿਆਂ ਵਾਸਤੇ ਤੁਸੀਂ ਲੈ ਕੇ ਪੜ੍ਹੋ। ਲਿਖੀ ਵੀ ਉਹਨਾਂ ਨੇ ਉਹਨਾਂ ਅੱਖਰਾਂ ਦੇ ਵਿੱਚ ਹੈ ਜਾਂ ਉਸ ਭਾਸ਼ਾ ਦੇ ਵਿੱਚ ਹੈ ਜਿਹੜੀ ਭਾਸ਼ਾ ਪੜ੍ਹਨੀ ਇੱਥੇ ਜਿਹੜੇ ਬੱਚੇ ਨੇ, ਇੱਥੋਂ ਦੇ ਜਿਹੜੇ ਬੌਰਨ ਨੇ ਜਾਂ ਜਿਹੜੇ ਇੱਥੇ ਐਜੂਕੇਸ਼ਨ ਲੈ ਰਹੇ ਨੇ, ਉਹਨਾਂ ਬਾਰੇ ਬਹੁਤ ਸੌਖੀ ਹੈ। ਪਰ ਖਿਆਲ ਕਰਿਓ
किन्ने पेरेंट्स होंगे जिहड़े यतन करनगे कि एवें दी कोई चंगी किताब जिहड़ी है असीं अपने बच्चों वास्ते इत्थों खरीद के लैके जाइए। चलो जे आपां नहीं भी पैसा लाउणा चाहुंदे, लाइब्रेरीज़ दे विचों ते फ्री मिल जांदियां ने इहो जिहियां बुक्स, पर साडे अंदर उत्साह नहीं हैगा कुछ सीखण दा, कुछ लैण वास्ते, कुछ जिंदगी दे विच ज्ञान दा अमृत धारण करन वास्ते जिहड़े साधन ने उन्हां विचों एक साधन ते ये है बईए पढ़ियां पास, सियाणियां दे कोल बह के उन्हां दीयां सियाणियां गल्लां सुणीए। दूजा कोई धर्म इकट्ठ होवे, किते कोई कॉन्फ्रेंस हो रही है, किसी प्रकार का कोई सैमीनार हो रहा है तो उत्थे जाके बैठिए, असीं तां ही सानूं जानकारी साडी वधेगी ना। जे असीं जिथे कुछ सिखाया पढ़ाया जा रहा है, जे उत्थे नहीं असीं जांदे, मान लो अगले हफ्ते संडे नूं इत्थे एक सैमीनार किया जाना है, क्लास लगेगी काहदे उपर, मैंटल हैल्थ दे उपर। हुण आ जिहड़ी क्लास है ये एक साडी ट्रेडिशन बनी हुई है, एक परंपरा बनी है, इहदे विच मैं बोली जा रहा हाँ, पर तुसीं अगों सवाल नहीं कर सकते। जिहड़ा सैमीनार हुंदा है उहदे विच यही हुंदा है कि जिहड़ा कोई लैक्चर करदा है उहदे बाद उहदे उपर सवाल भी कीते जा सकते हैं, कुछ काउंटर क्वेश्चन हो सकते हैं, उन्होंने फिर अपने जवाब देने पैंदे ने, उहदे नाल कुछ ज़्यादा मज़ा भी बनता है। पर ख्याल करियो किन्ने क हाँ जिन्हां दे अंदर उत्साह होवे कि इवें दे जिहड़े साधन ने उन्हां दा प्रयोग सानूं करना चाहिए। मैं पहली बार जो कनेडा आया 2009 की शायद गल है, 9-10 दी, ते असीं सैर करन वास्ते निकले, एक जगह ते बस खड़ोती हुई सी, बस स्टॉप सी छोटा जिहा, ते मैं वेखिया कि वो ड्राइवर जिन्हें 5 मिनट वास्ते शायद उत्थे खड़ोना सी ते उन्हें किताब अपनी खोली हुई सी। तो मैनूं जिहड़े भाई साहब उत्थे रहिंदे सन उन्होंने वेख के कहण लगे, तुहानूं पता है ये 5 मिनट का स्टॉप है ते किताब पढ़न दे 5 मिनट वास्ते उन्होंने समा मिलिया, वो पढ़ रहा सी। आपां साडे अंदर इवें दा उत्साह है कि आपां कोई किताब खरीदीए ते उन्होंने अपने बिजी स्कैजूल दे विचों भी कोई समा कढ के असीं पढ़ सकीए कि उन्होंने पूरियां करना है। आपां जदों गुरबाणी पाठ भी करते हाँ उत्साह नाल नहीं करते, जे असीं कोई मान लो किसी ने सहज पाठ साहब भी रखे है, उहदे मगर एक भरम जुड़िया होया है कि मैं पाठ तां कर रहा हाँ क्योंकि फलाना काम मेरा नहीं हो रहा, ये मैं पाठ करांगा तो वो काम मेरा हो जाएगा, वो मेरी बीमारी दूर हो जाएगी, वो मेरा कारोबार चलन लग पाएगा, जे घर दे विच किसी बच्चे का रिश्ता नहीं हो रहा तो वो रिश्ता हो जाएगा। साडे इवें दे एक्शन दे विच भी कोई ना कोई साडा इवें दा मनोरथ हुंदा है, इस करके उत्साह नहीं हुंदा। आपां पढ़ रहे हुंदे हां पर डंग टपा रहे हुंदे, जदों तक साडे मन दे विच उमाह नहीं किसी काम दे प्रति असीं कोई प्राप्ति नहीं कर सकते। भावें वो अध्यात्म होवे, भावें वो संसार दे कामकार होण, संसार कामकार भी तां ही कीते जा सकणगे जे उस काम दे प्रति साडे मन दे विच लगाओ है, जे प्यार है ते वो प्यार पैदा करना पैंदा है। महाराज जी बाणी नूं पढ़ो, सतगुर कहते हैं जिनको लगी प्यास अमृत से खाहे। जिन्ना चिर बंदे नूं प्यास पैदा नहीं हुंदी उदों तक बंदा पानी वाले पासे कदे नहीं तुर सकदा। जिहड़े बंदे नूं भुख पैदा नहीं हुई वो रोटी की प्राप्ति वास्ते यतन नहीं कर सकदा। जिन्हों प्यास नहीं लगे भावें तुसीं उहनूं बदामां वाला शरबत बना के उहदे अगे रख दिओ, वो एक घुट भी नहीं पीवेगा, पर जे प्यास लगी होएगी फोका पानी पी के भी बंदा कहेगा आनंद आ गया, स्वाद आ गया। क्योंकि स्वाद तां आएगा किसी काम दे विच जदों तुहाडे मन दे विच उस काम दे प्रति उत्साह होएगा, जे वो काम दे प्रति तुहाडे अंदर प्यास होएगी। बड़ा औखा है अमृत वेले जागना, सवेरे तड़के जागना सौखा काम नहीं है, कहदा ते उदों ही तो सब नींद आउंदी है ज्यादा, पर जिन्हां दे अंदर उत्साह हुंदा है बिना अलार्म तो भी उठ पैंदे ने। जिन्हां दे अंदर उत्साह हुंदा है कि मेरा शरीर साफ सुथरा रहे, वो अमृत वेले इशनान वो ही करते हैं। अज तो साडे कोल साधन ने, सर्दियां दे विच गर्म पानी, गर्मियां दे विच ठंडा पानी, पर ख्याल करियो जिन्हां दिनां विच लोग खूहां ते नहाउंदे सन उत्साह हुंदा सी ते अमृत वेले उठ के ठंड दे दिनां दे विच भी लोग खूहां ते पानी तो नहा लैंदे सन। जिन्हां दे अंदर उत्साह नहीं वो ते गर्मियां दे विच भी रजाइयां लैके सौंदे ने। उत्साह तो बिना कुछ नहीं हो सकता। ये गल गुरु साहब कह रहे हैं, कहते
ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀਏ ਹਰ ਜਾਏ। ਜਿਨ੍ਹਾਂ ਦੇ ਅੰਦਰ ਉਮਾਹ ਪੈਦਾ ਹੋਇਆ ਨਾ, ਪਿਆਰ ਦਾ ਉਮਾਹ, ਰੱਬ ਦੇ ਨਾਲ ਪਿਆਰ ਦਾ, ਗੁਰੂ ਦੇ ਨਾਲ ਪਿਆਰ ਦਾ, ਬਾਣੀ ਦੇ ਨਾਲ ਪਿਆਰ ਦਾ, ਸਤ ਸੰਗਤ ਦੇ ਨਾਲ ਪਿਆਰ ਦਾ। ਜਿਵੇਂ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ ਹੈ ਨਾ, ਝੱਖੜ ਝਾਂਗੀ ਮੀਂਹ ਬਰਸੇ ਭੀ ਗੁਰ ਦੇਖਣ ਜਾਈ। ਝੱਖੜ ਚੱਲ ਰਹੇ ਹੋਣ, ਤੇਜ਼ ਮੀਂਹ ਪੈ ਰਿਹਾ ਹੋਵੇ ਤੇ ਗੁਰਸਿੱਖ ਉਲੰਘ ਗੁਰੂ ਪੈ ਜਾਏ। ਸਿੱਖ ਜਿਹੜਾ ਹੈ ਉਹ ਸਾਰੀਆਂ ਉਖਿਆਈਆਂ ਨੂੰ ਪਾਰ ਕਰਕੇ ਵੀ ਜਾਂਦਾ ਹੈ। ਤੇ ਜੇ ਬੰਦੇ ਅੰਦਰ ਉਤਸ਼ਾਹ ਨਾ ਹੋਵੇ ਤੇ ਖਿਆਲ ਕਰਿਓ ਮੀਂਹ ਕੀ ਪੈ ਜਾਂਦਾ ਹੈ, ਸਮਝੋ ਕਿ ਸੰਗਤ ਦੇ ਉੱਪਰ ਹੀ ਮੀਂਹ ਪੈ ਗਿਆ। ਅਸੀਂ ਦੇਖਿਆ ਮੀਂਹ ਜ਼ਿਆਦਾ ਪਵੇ ਸੰਗਤਾਂ ਦੀ ਗਿਣਤੀ ਬਿਲਕੁਲ ਘਟ ਜਾਂਦੀ। ਮੌਸਮ ਦੇ ਪ੍ਰਭਾਵ ਦੇ ਨਾਲ ਵੀ ਕਈ ਵਾਰ ਕੁਝ ਲੋਕ ਜਿਹੜੇ ਨੇ, ਜਿਨ੍ਹਾਂ ਦੀ ਇੱਕ ਬਣਿਆ ਹੋਇਆ ਨਾ ਕੰਟੀਨਿਊਟੀ ਬਣੀ ਹੋਈ ਹੈ, ਟੁੱਟ ਜਾਂਦੀ ਹੈ। ਕਿਉਂ? ਕਿਉਂਕਿ ਉਤਸ਼ਾਹ ਨਹੀਂ ਸੀ ਹੈਗਾ। ਉਹ ਕੇਵਲ ਇੱਕ ਡੰਗ ਟਪਾ ਰਹੇ ਸਨ। ਜਿਹਨੂੰ ਮੈਂ ਪਹਿਲਾਂ ਕਹਿ ਚੁੱਕਿਆ ਹਾਂ, ਗੁਰੂ ਸਾਹਿਬ ਕਹਿੰਦੇ ਬੱਧਾ ਚੱਟੀ ਜੋ ਭਰੇ, ਬੱਧਾ ਚੱਟੀ ਭਰਨਾ ਜ਼ਬਰਦਸਤੀ ਮਨ ਨਹੀਂ ਕਰਦਾ। ਪਰ ਫਿਰ ਵੀ ਇੱਕ ਡਰ ਹੈ ਕਿ ਜੇ ਮੈਂ ਆਹ ਨਾ ਕੀਤਾ ਪਤਾ ਨਹੀਂ ਕੋਈ ਪਾਪ ਨਾ ਲੱਗ ਜਾਏ। ਹਰ ਰੋਜ਼ ਜਪਜੀ ਸਾਹਿਬ ਦਾ ਪਾਠ ਕਰੀਦਾ, ਅੱਜ ਮੈਂ ਨਾ ਕੀਤਾ ਕਿਤੇ ਪਾਪ ਨਾ ਲੱਗ ਜਾਏ। ਉਦੋਂ ਫਿਰ ਉਹ ਕਿਸੇ ਡਰ ਕਰਕੇ ਜਦੋਂ ਬੰਦਾ ਪਾਠ ਕਰ ਰਿਹਾ ਨਾ, ਉਹਦੇ ਵਿੱਚੋਂ ਸਵਾਦ ਨਹੀਂ ਆਏਗਾ। ਪਰ ਜਦੋਂ ਇਸ ਭਾਵਨਾ ਨਾਲ ਕੋਈ ਕਰ ਰਿਹਾ ਹੈ ਕਿ ਮੈਂ ਸਮਝਣਾ ਹੈ ਕਿ ਮੇਰੇ ਗੁਰੂ ਨੇ ਕੀ ਇਹਦੇ ਵਿੱਚ ਕਿਹਾ, ਮੈਂ ਸਹਿਜ ਪਾਠ ਰੱਖਿਆ, ਹਰ ਰੋਜ਼ ਜੇ ਮੈਂ 4-5 ਪੰਨੇ ਪੜ੍ਹਦਾ ਹਾਂ ਤੇ ਮੈਂ ਤਾਂ ਪੜ੍ਹਦਾ ਹਾਂ ਕਿਉਂਕਿ ਮੈਨੂੰ ਸਮਝ ਲੱਗ ਸਕੇ ਗੁਰੂ ਸਾਹਿਬ ਇਹਦੇ ਵਿੱਚ ਮੈਨੂੰ ਕੀ ਉਪਦੇਸ਼ ਦੇ ਰਹੇ ਨੇ। ਮੈਂ ਸੰਗਤ ਦੇ ਵਿੱਚ ਤਾਂ ਜਾਣਾ ਹੈ ਕਿਉਂਕਿ ਮੈਂ ਜਾਣਨਾ ਹੈ ਅੱਜ ਉੱਥੇ ਕੀਰਤਨ ਦੇ ਰਾਹੀਂ ਮੈਂ ਕੁਝ ਨਵਾਂ ਗੁਰਬਾਣੀ ਵਿੱਚੋਂ ਸਿੱਖ ਕੇ ਆਉਣਾ ਹੈ। ਅੱਜ ਮੈਂ ਕਥਾ ਦੇ ਵਿੱਚ ਬੈਠਣਾ ਹੈ ਜਾਂ ਕੋਈ ਹੋਰ ਵਿਚਾਰਵਾਨ ਆਇਆ ਜਦੋਂ ਨੇ ਵਿਚਾਰ ਕਰਨੀ ਹੈ ਤੇ ਮੈਂ ਜਾਣਨਾ ਹੈ ਕੁਝ ਨਵਾਂ। ਬਲਕਿ ਉਦੋਂ ਬੰਦੇ ਦੇ ਮਨ ਵਿੱਚ ਇਹ ਵੀ ਹੋਏਗਾ ਕਿਤੇ ਇਹ ਨਾ ਹੋਵੇ ਮੈਂ ਲੇਟ ਹੋ ਜਾਵਾਂ ਤੇ ਮੇਰੇ ਜਾਣ ਤੋਂ ਪਹਿਲਾਂ ਕੁਝ ਅੱਗੇ ਇਹੋ ਜਿਹਾ ਬੋਲਿਆ ਹੋਇਆ ਮੇਰੇ ਸੁਣਿਆ ਰਹਿ ਜਾਏ ਤੇ ਮੈਂ ਉਸ ਜਾਣਕਾਰੀ ਤੋਂ ਵਿਰਵਾ ਰਹਿ ਜਾਵਾਂ। ਪਰ ਜਦੋਂ ਉਹ ਉਤਸ਼ਾਹ ਨਹੀਂ ਹੋਏਗਾ, ਉਮਾਹ ਨਹੀਂ ਹੋਏਗਾ, ਫਿਰ ਬੰਦਾ ਇੰਤਜ਼ਾਰ ਕਰੇਗਾ। ਹੁੰਦਾ ਨਹੀਂ, ਕਈ ਵਾਰ ਆਪਾਂ ਘਰਾਂ ਦੇ ਵਿੱਚ ਕੋਈ ਸਮਾਗਮ ਹੋਵੇ, ਕਈ ਵਾਰ ਲੋਕ ਨਾ ਫੋਨ ਕਰਕੇ ਪੁੱਛਦੇ ਨੇ ਕਿੰਨੇ ਵਜੇ ਅਰਦਾਸ ਹੋਣੀ। ਉਤਸ਼ਾਹ ਨਾ ਹੋਣ ਕਰਕੇ ਬੰਦਾ ਉਦੋਂ ਜਾਣਾ ਚਾਹੁੰਦਾ ਜਦੋਂ ਅਰਦਾਸ ਹੋ ਰਹੀ ਹੋਵੇ, ਤਾਂ ਕਿ ਉਹਨੂੰ ਬਹਿਣਾ ਨਾ ਪਵੇ ਤੇ ਉਹ ਆਪਣੀ ਜਗ੍ਹਾ ਤੇ ਠੀਕ ਹੈ। ਮੈਂ ਤੇ ਕਈ ਵਾਰ ਉਹ ਲੋਕ ਵੀ ਵੇਖੇ ਨੇ ਜਦੋਂ ਐ ਬੈਠੇ ਹੋਏ 2-4 ਉਬਾਸੀਆਂ ਮਾਰ ਦਿੰਦੇ ਨੇ ਨਾ, ਤੇ ਖਿਮਾ ਕਰਿਓ ਵੈਸੇ ਚਾਹੀਦਾ ਤੇ ਨਹੀਂ, ਪਰ ਮੇਰੇ ਵਰਗੇ ਦਾ ਉਮਾਹ ਵੀ ਮੁੱਕ ਜਾਂਦਾ ਵੀ ਉਹ ਅੰਦਰੋਂ ਗੱਲ ਹੀ ਨਹੀਂ ਆਉੜਦੀ। 2-4 ਵਾਰ ਬੰਦਾ ਇਧਰੋਂ ਹਿੱਲ ਹੁੱਲ ਕੇ ਕਦੀ ਕੰਧ ਨਾਲ ਐ ਮੂੰਹ ਸੁੱਟ ਕੇ ਇਵੇਂ ਲੱਗਦਾ ਹੈ ਕਿ ਸ਼ਾਇਦ ਮੇਰੇ ਵਿੱਚ ਕੋਈ ਕਮੀ ਹੈ, ਮੇਰੇ ਕੋਲੋਂ ਹੀ ਕੁਝ ਦੱਸਿਆ ਨਹੀਂ ਜਾ ਰਿਹਾ। ਅਗਲੇ ਦਾ ਵੀ ਉਤਸ਼ਾਹ ਮਾਰ ਦਿੰਦੇ ਨੇ। ਇਹੋ ਜਿਹੇ ਆਲਸੀ ਸਗੋਂ ਨਾ ਹੋਣ ਤੇ ਹੁੰਦਾ ਤੇ ਭਲਾ ਹੀ ਹੈ। ਅੱਗੇ ਜਿਹੜਾ ਗਾ ਰਿਹਾ ਹੈ, ਅੱਗੇ ਜਿਹੜਾ ਸੁਣਾ ਰਿਹਾ ਹੈ, ਉਹਦਾ ਭਲਾ ਹੁੰਦਾ ਹੈ। ਪਰ ਇੱਕ ਗੱਲ ਪੱਕੀ ਹੈ ਕਿ ਜਿਵੇਂ ਮਹਾਰਾਜ ਨੇ ਕਿਹਾ ਸੀ ਨਾ ਕਿ ਜਿਨ੍ਹਾਂ ਦੇ ਚਿੱਤ ਜਿਹੜੇ ਨਾ, ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ, ਉੱਥੇ ਸੱਚ ਵਰਤਦਾ ਕੁੜਿਆਰਾਂ ਚਿੱਤ ਉਦਾਸ। ਓਏ ਵੱਲ ਛਲ ਕਰ ਝੱਟ ਕੱਢ ਦੇ ਫਿਰ ਜਾਏ ਬਹਿ ਕੁੜਿਆਰਾਂ ਪਾਸ, ਵਿੱਚ ਸੱਚੇ ਕੂੜ ਨਾ ਗੱਡਈ ਮਨ ਵੇਖੋ ਕਰ ਨਰਜਾਸ, ਕੁੜਿਆਰ ਕੁੜਿਆਰੀ ਜਾਏ ਰਲੇ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਕਠੋਰ ਦਾ ਅਰਥ ਇਹੀ ਹੈ ਕਿ ਜਿਨ੍ਹਾਂ ਦੇ ਮਨ ਦੇ ਉੱਪਰ ਉਸ ਗੁਰੂ ਦੇ ਪ੍ਰਤੀ, ਬਾਣੀ ਦੇ ਪ੍ਰਤੀ, ਚੰਗੀ ਸੋਚ ਦੇ ਪ੍ਰਤੀ ਪਿਆਰ ਪੈਦਾ ਨਹੀਂ ਹੋ ਸਕਿਆ, ਲਗਾਓ ਪੈਦਾ ਨਹੀਂ ਹੋ ਸਕਿਆ, ਜਿਨ੍ਹਾਂ ਦੇ ਅੰਦਰ ਉਤਸ਼ਾਹ ਨਹੀਂ ਹੈਗਾ ਕੋਈ। ਜੇ ਕਿਤੇ ਕੇਵਲ ਉਤਸ਼ਾਹ ਦੀਆਂ ਗੱਲਾਂ ਹੀ ਕਰੀ ਜਾਓ। ਆ ਤੁਸੀਂ ਦੇਖੋ, ਮੈਂ ਪਿਛਲੇ ਦਿਨੀ ਇੱਕ ਗੱਲ ਕੀਤੀ ਸੀ, ਸ਼ਾਇਦ ਪਿਛਲੇ ਹਫ਼ਤੇ ਹੀ ਮੈਂ ਗੱਲ ਕੀਤੀ ਸੀ, ਇਹਨਾਂ ਮੁਲਕਾਂ ਦੇ ਵਿੱਚ ਆਉਣਾ ਕੋਈ ਮਾੜੀ ਗੱਲ ਨਹੀਂ, ਪਰ ਇੱਕ ਪਾਸੇ ਆਪਾਂ ਆ ਰਹੇ ਹਾਂ ਜ਼ਮੀਨਾਂ ਵੇਚ ਕੇ, ਸਾਡਾ ਧਨ ਜਿਹੜਾ ਹੈ, ਔਰ ਬਹੁਤਾਤ ਦੇ ਵਿੱਚ ਦਿੱਲੀ ਦੇ ਆਲੇ ਦੁਆਲੇ ਉਹ ਬੰਦੇ ਬੈਠੇ ਹੋਏ ਨੇ ਜਿਹੜੇ ਜ਼ਿਆਦਾ ਪੈਸੇ ਵੱਟਦੇ ਨੇ। ਪੰਜਾਬ ਦੇ ਵਿੱਚ ਜਿਹੜੇ ਏਜੰਟ ਬੈਠੇ ਨੇ ਉਹਨਾਂ ਨੂੰ ਤੇ ਥੋੜੀ ਕਮਿਸ਼ਨ ਮਿਲਦੀ ਹੈ। ਇੱਕ ਤਾਂ ਸਾਡਾ ਮਨੀ ਡਰੇਨ ਹੋ ਰਿਹਾ ਐਵੇਂ, ਤੇ ਨੌਜਵਾਨ ਆ ਕੇ ਕਰ ਕੀ ਰਹੇ ਨੇ, ਲੇਬਰ। ਇੱਕ ਪਾਸੇ ਸਾਊਥ ਇੰਡੀਅਨ ਵੀ ਆ ਰਹੇ ਨੇ, ਉਹ ਆਪਣੀ ਬ੍ਰੇਨ ਦੀ ਪਾਵਰ ਨਾਲ ਆ ਰਹੇ ਨੇ, ਉਹ ਇੱਥੇ ਆ ਕੇ ਰੀੜ੍ਹ ਦੀ ਹੱਡੀ ਬਣ ਗਏ। ਕਈ ਵਾਰ ਨਾ ਕੁਝ ਗੱਲਾਂ ਹੁੰਦੀਆਂ ਨੇ ਜੇ ਕੀਤੀਆਂ ਜਾਣ, ਕਈ ਘੱਟ ਸਮਝ ਵਾਲੇ ਬੰਦੇ ਨਾਰਾਜ਼ ਵੀ ਹੋ ਜਾਂਦੇ ਨੇ,
पर आ जी G20 की मीटिंग वेखी, एवें थोड़ी उन्होंने उत्थे बोलबाला सी मोदी का। गल्लां आपां उन्हां दियां करदे हां, यहूदियां दियां। जे ना लै जाए तो कई जाने कहते नहीं उन्होंने जुल्म बहुत किया, उन्हों का नाम नहीं लेना चाहिए। भाई उन्होंने जिहड़ा गलत किया वो तो गलत है, पर वो कमजोरी बन गए सन इन्हां मुल्कां दी ज्ञान समझ दे नाल। हुण तक सब तो ज्यादा नोबल प्राइज उन्होंने लए ने, इन्नी समझ ज्ञान। अज भी 20% ਵੱਡੇ उद्योगपति अमेरिका ਦੇ ਵਿੱਚ अमीर लोग ਉਹੀ लोग ने, ते हुण ਉਹ ਸਾਊਥ ਇੰਡੀਆ ਚੋਂ ਆਏ ਹੋਏ ਉਹ ਵੀਰ ਆਪਣੀ ਮਿਹਨਤ ਦੇ ਬਦੌਲਤ ਭਾਰਤ ਦੇ ਵਿੱਚ ਵੱਡੀਆਂ ਵੱਡੀਆਂ ਜੌਬਾਂ ਤੇ ਬੈਠੇ ਹੋਏ ਨੇ ਨਾ। ਵਾਈਟ ਹਾਊਸ ਤੱਕ ਉਹਨਾਂ ਦੀ ਅਪਰੋਚ ਹੈ, ਆਪਾਂ ਕਿੱਥੇ ਖੜੋਤੇ ਹਾਂ। ਪੜ੍ਹਾਈ ਬਾਰੇ ਉਤਸ਼ਾਹ ਮੁੱਕਦਾ ਜਾ ਰਿਹਾ ਹੈ। ਮੰਨ ਲਓ ਕੱਲ ਨੂੰ ਜਿਹੜੇ ਲੋਕ ਇਹ ਕਹਿੰਦੇ ਨੇ ਵੱਖਰਾ ਦੇਸ਼ ਚਾਹੀਦਾ, ਭਾਈ ਵੱਖਰਾ ਦੇਸ਼ ਜਦੋਂ ਭਾਰਤ ਨੂੰ ਮਿਲਿਆ, ਪੰਡਤ ਜਵਾਹਰ ਲਾਲ ਨਹਿਰੂ ਵਰਗੇ, ਪਟੇਲ ਵਰਗੇ ਲੋਕ ਹੈਗੇ ਸਨ ਉੱਥੇ ਜਿਨ੍ਹਾਂ ਨੇ ਸੰਭਾਲਣਾ ਸੀ। ਜੇ ਉੱਥੇ ਐਜੂਕੇਸ਼ਨ ਹੀ ਨਾ ਰਹੀ, ਦੇਸ਼ ਉਹਨਾਂ ਨੇ ਦੇ ਦਿੱਤਾ, ਚਲਾਊਗਾ ਕੌਣ? ਪੰਜਾਬ ਗਵਰਨਮੈਂਟ ਦੇ ਵਿੱਚ ਅਫਸਰਸ਼ਾਹੀ ਤੇ ਸਾਰੀ ਬਿਹਾਰ ਦੇ ਵਿੱਚੋਂ ਆ ਕੇ ਬੈਠੀ ਹੋਈ। ਕਿਉਂ? ਉਤਸ਼ਾਹ ਮੁੱਕ ਗਿਆ। ਉਤਸ਼ਾਹ ਪੈਦਾ ਕਿੰਨੇ ਕਰਨਾ ਸੀ? ਇਹ ਉਤਸ਼ਾਹ ਦਾ ਪ੍ਰਚਾਰ ਕਿੰਨੇ ਕਰਨਾ ਸੀ? ਬਾਹਰ ਆਉਣਾ ਕੋਈ ਮਾੜੀ ਗੱਲ ਨਹੀਂ ਹੈ, ਪਰ ਜਿਹੜਾ ਉਤਸ਼ਾਹ ਬਣ ਗਿਆ ਉੱਥੇ ਉਮਾਦ ਕੇਵਲ ਪੈਦਾ ਹੋ ਗਿਆ ਕਿ ਕਿਸੇ ਵੀ ਢੰਗ ਦੇ ਨਾਲ, ਭਾਵੇਂ ਆਪਣੇ ਆਪ ਨੂੰ ਗਿਰਵੀ ਰੱਖ ਕੇ ਤੁਸੀਂ ਪੈਸਾ ਇਕੱਠਾ ਕਰੋ, ਸਾਨੂੰ ਬਾਹਰ ਭੇਜ ਦਿਓ। ਬਿਨਾਂ ਪੜ੍ਹਾਈ ਲਿਖਾਈ ਦੇ, ਬਿਨਾਂ ਕਿਸੇ ਸਮਝ ਦੇ, ਜਿਹੜੇ ਕੁਝ ਪੜ੍ਹਾਕੂ ਵੀ ਨੇ ਅੱਜ ਕਿਹਾ ਜਾ ਰਿਹਾ ਕੋਈ ਵੱਡੀ ਪੜ੍ਹਾਈ ਕਰਕੇ ਆਓ। 10+2 ਪੜ੍ਹਿਆ ਹੋਇਆ ਬੱਚਾ ਹੀ ਹੁੰਦਾ ਹੈ ਤੇ ਉਹਨੂੰ ਜਾ ਕੇ ਸਮਝ ਵੀ ਨਹੀਂ ਆਉਂਦੀ ਮੈਂ ਕਿਵੇਂ ਵਿਚਰਨਾ ਹੈ। ਇਸੇ ਕਰਕੇ ਉਹਨਾਂ ਨੂੰ ਸਮੱਸਿਆਵਾਂ ਜ਼ਿਆਦਾ ਆਉਂਦੀਆਂ ਨੇ। ਔਰ ਸਿਆਣੇ ਇਹ ਕਹਿ ਰਹੇ ਨੇ ਕੋਈ ਵੱਡੀ ਡਿਗਰੀ ਕਰਾ ਕੇ ਉਹਨਾਂ ਨੂੰ ਭੇਜੋ ਤਾਂ ਕਿ ਉਹਨਾਂ ਦੇ ਕੋਲ ਕੋਈ ਸਲੀਕਾ ਹੋਵੇ, ਸਮਝ ਹੋਵੇ ਤੇ ਉਹ ਪ੍ਰੋਬਲਮਸ ਨੂੰ ਫੇਸ ਕਰਨ ਦੇ ਜ਼ਿਆਦਾ ਸਮਰੱਥ ਹੋਣ। ਕੁਝ ਮੈਚੁਰ ਹੋ ਜਾਂਦਾ ਹੈ ਬੱਚਾ, ਪਰ ਕੋਈ ਮੰਨ ਰਿਹਾ? ਕਿੰਨਾ ਕੁ ਸਮਝਾਇਆ ਜਾ ਰਿਹਾ? ਕਿੰਨੇ ਕੁ ਐਵੇਂ ਦੇ ਕੈਂਪ ਸਾਡੀਆਂ ਧਾਰਮਿਕ ਸੰਸਥਾਵਾਂ, ਸਾਡੀਆਂ ਸਮਾਜਿਕ ਸੰਸਥਾਵਾਂ, ਸਾਡੇ ਸਮਾਜ ਸੁਧਾਰਕ ਲੋਕ ਲਾ ਰਹੇ ਨੇ। ਉਤਸ਼ਾਹ ਨਹੀਂ ਪੈਦਾ ਹੋ ਰਿਹਾ। मैं एक प्रमाण देवांगा गुरबाणी का। महाराज ने कहा दूजे पहरे रहन के वणजारिया मित्रा, भर जवानी लहरी दे, बुरा भला ना पछाणी वणजारिया मित्रा, मन मत्ता अमेल। जिंदगी का दूजा पैर, जवानी का समा, टीन एज तो शुरू कर लो। कहन लगे लहरी दे, जिवें हवा चलती है ते पानी दीयां लहरां उधर नूं चलदियां ने जिधर नूं हवा होवे। ਹੁਣ ਲਹਿਰ ਜਿਵੇਂ ਦੀ ਚੱਲ ਪਏਗੀ, ਜਵਾਨੀ ਨੇ, ਬੱਚਿਆਂ ਨੇ ਉਧਰਲੇ ਪਾਸੇ ਨੂੰ ਮਾਂ ਪਿਓ ਨੂੰ ਵੀ ਧੱਕਾ ਦੇ ਕੇ ਕਹਿਣਾ ਇੱਧਰ ਲੈ ਕੇ ਚੱਲੋ, ਕਿਉਂਕਿ ਲਹਿਰ ਬਣ ਗਈ ਨਾ ਉਧਰ ਹਵਾ ਦਾ ਵੇਗ। ਉੱਥੇ ਹੁਣ ਵੇਗ ਹੀ ਐਵੇਂ ਦਾ। ਉਮਾਹ ਕਿੱਧਰ ਨੂੰ ਚੜਿਆ ਹੈ? ਉਮਾਹ ਇੱਧਰਲੇ ਪਾਸੇ ਨੂੰ ਚੜਿਆ ਹੈ। ਕਿੱਥੇ ਉਹ ਪੰਜਾਬ ਜਿਹਦੇ ਬਾਰੇ ਕਹਿੰਦੇ ਸਨ ਦੁੱਧ ਘਿਓ ਦੀਆਂ ਨਦੀਆਂ ਵਹਿੰਦੀਆਂ ਸਨ, ਜਿੱਥੇ ਪਹਿਲਵਾਨਾਂ ਦੇ ਅਖਾੜੇ ਲੱਗਦੇ ਸਨ, ਅੱਜ ਉੱਥੇ ਕੀ ਹੈ? ਨਦੀਆਂ ਤੇ ਵਹਿ ਰਹੀਆਂ ਨੇ ਸ਼ਰਾਬਾਂ ਦੀਆਂ, ਚਿੱਟੇ ਦੇ ਨਸ਼ੇ ਦੀਆਂ, ਕਿਉਂਕਿ ਉਤਸ਼ਾਹ ਉਧਰ ਨੂੰ ਚਲਾ ਗਿਆ। ਕਿੱਥੇ ਅਖਾੜੇ ਲੱਗਦੇ ਸਨ, ਘੋੜ ਕਬੱਡੀਆਂ ਹੁੰਦੀਆਂ ਸਨ। ਹੁਣ ਤੇ ਜਿਹੜੀਆਂ ਘੋੜ ਕਬੱਡੀਆਂ ਵੀ ਹੁੰਦੀਆਂ ਨੇ, ਕਹਿੰਦੇ ਜਿੱਥੇ ਕਬੱਡੀ ਦੇ ਮੈਚ ਹੋਣ ਤੇ ਜੇ ਥੋੜਾ ਜਿਹਾ ਦੂਰ ਕਿੱਲਾ ਘਟਵਾ ਜਾ ਕੇ ਆਲੇ ਦੁਆਲੇ ਨੂੰ ਖੜੋਲੋ ਤੇ ਉੱਥੇ ਸਰਿੰਜਾਂ ਪਈਆਂ ਹੁੰਦੀਆਂ ਨੇ ਟੀਕਿਆਂ ਦੀਆਂ। ਉਹ ਕਬੱਡੀ ਦੇ ਖਿਡਾਰੀ ਵੀ ਸਰਿੰਜਾਂ ਲਾ ਕੇ ਫੇਰ ਕਬੱਡੀ ਖੇਡਦੇ ਨੇ। ਇਸੇ ਕਰਕੇ ਕਿੰਨੇ ਵੱਡੇ ਵੱਡੇ ਖਿਡਾਰੀ ਜਿਹੜੇ ਨੇ ਉਹ ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਮਰੇ ਨੇ। ਭਾਵ ਕਿ ਜਿਹੜਾ ਉਤਸ਼ਾਹ ਤੇ ਉਮਾਹ ਪੈਦਾ ਹੋਣਾ ਸੀ, ਵੇਖੋ ਇੱਥੇ ਉਮਾਹ ਉਹਦੇ ਹੱਥ ਨੂੰ ਭਾਵੇਂ ਦੱਸਿਆ, ਪਰ ਜਦੋਂ ਤੁਸੀਂ ਉਹਦੀ ਵਿਸ਼ਾਲ ਵਿਆਖਿਆ ਕਰੋਗੇ ਤੇ ਬਹੁਤ ਸਾਰੀਆਂ ਚੀਜ਼ਾਂ ਦੀ ਤੁਹਾਨੂੰ ਸਮਝ ਆਏਗੀ ਕਿ ਇਹ ਸ਼ਬਦ ਜਿਹੜਾ ਹੈ ਕਿੰਨਾ ਵਿਸ਼ਾਲ ਹੈ ਤੇ ਕਿੰਨੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਆਪਣੇ ਕਲਾਵੇ ਦੇ ਵਿੱਚ ਲੈਂਦਾ ਹੈ। ਜਿਹੜੀਆਂ ਚੀਜ਼ਾਂ, ਜਿਹੜਾ ਉਤਸ਼ਾਹ, ਜਿਹੜਾ ਉਮਾਹ ਨਾ ਹੋਣ ਕਰਕੇ ਸਾਡੇ ਆਪਣੇ ਪਰਿਵਾਰਾਂ ਵਿੱਚ, ਸਾਡੀ ਆਪਣੀ ਸੁਸਾਇਟੀ ਵਿੱਚ, ਸਾਡੇ ਆਪਣੇ ਸਮਾਜ ਦੇ ਵਿੱਚ ਕਿੰਨਾ ਨੁਕਸਾਨ ਹੋ ਰਿਹਾ ਹੈ। ਵਿਦਿਆ ਦਾ ਉਤਸ਼ਾਹ ਨਹੀਂ ਰਿਹਾ, ਇਹਨੂੰ ਉਦਾਸੀਨਤਾ ਵੀ ਕਹਿੰਦੇ ਨੇ। ਉਦਾਸ ਹੋ ਜਾਣਾ। ਰਾਜਨੀਤਿਕ ਤੌਰ ਤੇ ਜਦੋਂ ਕੋਈ ਕੌਮ ਉਦਾਸ ਹੋ ਜਾਂਦੀ ਹੈ ਤੇ ਉਹ ਫਿਰ ਆਪਣੀ ਵੋਟ ਦਾ ਸਹੀ ਇਸਤੇਮਾਲ ਨਹੀਂ ਕਰ ਪਾਉਂਦੀ। ਜਦੋਂ ਪੜ੍ਹਾਈ ਲਿਖਾਈ ਤੋਂ ਕੋਈ ਕੌਮ ਉਦਾਸੀਨ ਹੋ ਜਾਂਦੀ ਹੈ ਤੇ ਫਿਰ ਅਨਪੜ੍ਹਤਾ ਵੱਧਦੀ ਹੈ। ਜਦੋਂ ਫਿਜ਼ੀਕਲ ਤੌਰ ਤੇ ਫਿੱਟ ਰਹਿਣ ਵਾਸਤੇ ਨੌਜਵਾਨ ਬੱਚੇ ਜਾਂ ਕੋਈ ਕੌਮ ਉਦਾਸ ਹੋ ਜਾਵੇ, ਸਰੀਰ ਕਮਜ਼ੋਰ ਹੋ ਜਾਂਦੇ ਨੇ। ਜਦੋਂ ਅਧਿਆਤਮ ਦੇ ਪੱਖੋਂ ਕੋਈ ਬੰਦਾ ਉਦਾਸ ਹੋ ਜਾਵੇ, ਫਿਰ ਧਰਮ ਅਸਥਾਨਾਂ ਦੇ ਉੱਪਰ ਲੋਕ ਆਉਂਦੇ ਤੇ ਹੈਗੇ ਨੇ ਕਰਮਕਾਂਡ ਕਰਨ ਵਾਸਤੇ।
ਗੁਰਦੁਆਰਿਆਂ ਦੇ ਵਿੱਚ ਭੀੜਾਂ ਬਹੁਤ ਨੇ, ਪਰ ਖਿਮਾ ਕਰਿਓ, ਗੁਰਦੁਆਰੇ ਵਿੱਚ ਆਉਣ ਵਾਲਿਆਂ ਵਾਸਤੇ ਸਤਸੰਗੀ ਸ਼ਬਦ ਵਰਤਣਾ ਚਾਹੀਦਾ ਸੀ। ਅੱਜ ਭੀੜਾਂ ਸ਼ਬਦ ਤਾਂ ਵਰਤਿਆ ਜਾਣ ਲੱਗ ਪਿਆ ਕਿਉਂਕਿ ਜਿਹੜੇ ਆਉਂਦੇ ਨੇ ਉਹ ਕੇਵਲ ਲੰਗਰ ਛਕਣ ਵਾਸਤੇ ਆਉਂਦੇ ਨੇ। ਇਸ ਕਰਕੇ ਕੁਝ ਲੋਕ ਤੇ ਵੀ ਕਹਿਣ ਲੱਗ ਪਏ ਨੇ, ਜੇ ਕਿਤੇ ਤੁਸੀਂ ਅੱਜ ਗੁਰਦੁਆਰਿਆਂ ਦੇ ਵਿੱਚੋਂ ਲੰਗਰ ਬੰਦ ਕਰ ਦਿਓਗੇ, ਉਹਦੇ ਬਾਅਦ ਤੁਸੀਂ ਵੇਖਿਓ ਕਿ ਕਿੰਨੇ ਕੇ ਰਹਿ ਜਾਣਗੇ। ਉਦਾਸੀਨਤਾ, ਗੁਰਦੁਆਰਿਆਂ ਵਿੱਚ ਬਹਿਣ ਵਾਲਿਆਂ ਦੀ ਕਮੀ ਕਿਉਂ ਹੈ? ਉਮਾਹ ਨਹੀਂ ਹੈਗਾ ਕੁਝ ਸੁਣਨ ਦਾ, ਸਮਝਣ ਦਾ। ਉਮਾਹ ਨਹੀਂ ਹੈਗਾ ਬਾਣੀ ਪੜ੍ਹਨ ਵਾਲਿਆਂ ਦਾ। ਬਹੁਤ ਸਾਰੇ ਲੋਕ ਕਈ ਵਾਰ ਆ ਕੇ ਕਹਿੰਦੇ ਨੇ, ਬਾਬਾ ਜੀ ਪੋਥੀ 2 ਪੋਥੀਆਂ ਮਿਲ ਜਾਣਗੀਆਂ ਇੱਥੋਂ। ਮੈਂ ਕਿਹਾ ਜੀ ਤੁਸੀਂ ਇੰਡੀਆ ਨਹੀਂ ਜਾਂਦੇ, ਕਿਤੇ ਜਾਂਦੇ ਹਾਂ। ਜੇ ਤੁਹਾਡੇ ਅੰਦਰ ਪਿਆਰ ਹੋਵੇ ਬਾਣੀ ਦੇ ਪ੍ਰਤੀ, ਜਦੋਂ ਤੁਸੀਂ ਉੱਥੋਂ ਆਉਂਦੇ ਹੋ, ਕੀ ਤੁਸੀਂ 2 ਪੋਥੀਆਂ ਨਹੀਂ ਲੈ ਕੇ ਆ ਸਕਦੇ ਉੱਥੋਂ? ਪਹਿਲੀ ਸੈਂਚੀ ਤੇ ਦੂਜੀ ਸੈਂਚੀ। ਇੱਕ ਜਣਾ ਹੈਂਡ ਕੈਰੀ ਦੇ ਵਿੱਚ ਪਹਿਲੀ ਸੈਂਚੀ ਪਾ ਲਵੇ, ਦੂਜਾ ਆਪਣੀ ਦੇ ਵਿੱਚ ਦੂਜੀ ਸੈਂਚੀ ਪਾ ਲਵੇ। ਜੇ ਤੁਸੀਂ ਇਹ ਕਹਿੰਦੇ ਹੋ, ਇਹ ਸੋਚਦੇ ਹੋ ਕਿ ਬੇਅਦਬੀ ਹੋਏਗੀ, ਕੱਪੜੇ ਭਾਈ ਸਾਫ਼ ਸੁਥਰੇ ਨਵੇਂ ਕੱਪੜੇ ਜਿੱਥੇ ਪਾਉਣੇ ਉਹ ਹੈਂਡ ਕੈਰੀ ਵਿੱਚ ਨਵੇਂ ਕੱਪੜੇ ਪਾ ਲਓ, ਰਮਾਲਾ ਸਾਹਿਬ ਦੇ ਵਿੱਚ ਲਪੇਟ ਕੇ ਪੋਥੀ ਸਾਹਿਬ ਉਹਦੇ ਵਿੱਚ ਰੱਖੋ। ਤੁਸੀਂ ਹੈਂਡ ਕੈਰੀ ਵੀ ਨਵੀਂ ਲੈ ਲਓ ਤਾਂ ਕਿ ਤੁਹਾਡੇ ਮਨ ਨੂੰ ਇਹ ਡਰ ਨਾ ਰਹੇ ਕਿ ਗੁਰੂ ਸਾਹਿਬ ਜੀ ਦੀ ਬਾਣੀ ਦੀ ਕੋਈ ਬੇਅਦਬੀ ਹੋ ਜਾਏਗੀ। ਤੁਸੀਂ ਜਿੰਨਾ ਪਿਆਰ ਦੇ ਨਾਲ ਲੈ ਕੇ ਆ ਸਕਦੇ ਹੋ ਗੁਟਕਾ ਸਾਹਿਬਾਨ ਪੋਥੀਆਂ ਨੂੰ। ਸਿੱਖ ਹੋਵੇ ਤੇ ਸਿੱਖ ਦੇ ਘਰ ਦੇ ਵਿੱਚ ਪੋਥੀਆਂ ਹੀ ਨਾ ਹੋਣ। ਸਿੱਖ ਹੁਣ ਤੇ ਕਈ ਵਾਰ ਵਾਪਰਦਾ ਹੈ ਐਵੇਂ, ਸਿੱਖਾਂ ਦੇ ਘਰ ਵਿੱਚ ਜਾਓ, ਉਹਨਾਂ ਨੇ ਗੁਟਕਾ ਸਾਹਿਬ ਤੋਂ ਕੋਈ ਪਾਠ ਕਰਾਉਣਾ, ਤੁਸੀਂ ਕੁਝ ਲਿਆਓ ਗੁਟਕਾ ਸਾਹਿਬ ਦਿਓ, ਜਪਜੀ ਸਾਹਿਬ ਦਾ ਪਾਠ ਕਰ ਦਿਓ, ਕੋਈ ਸਾਡੇ ਘਰ ਦੇ ਗੁਟਕਾ ਹੀ ਨਹੀਂ ਹੈ। ਇਹਦਾ ਅਰਥ ਹੋਇਆ ਕਿ ਉਹ ਉਮਾਹ ਨਹੀਂ ਹੈਗਾ। ਜਦੋਂ ਤੱਕ ਉਹ ਉਤਸ਼ਾਹ ਨਹੀਂ ਹੋਏਗਾ, ਉਦੋਂ ਤੱਕ ਫਿਰ ਬੰਦਾ ਉਹਨਾਂ ਚੀਜ਼ਾਂ ਦੀ ਪ੍ਰਾਪਤੀ ਵਾਸਤੇ ਯਤਨ ਵੀ ਨਹੀਂ ਕਰ ਸਕਦਾ। ਪਰ ਮੈਂ ਉਹਨਾਂ ਨੂੰ ਵੀ ਨਮਸਕਾਰ ਕਰਦਾ ਹਾਂ ਜਿਨ੍ਹਾਂ ਦੇ ਅੰਦਰ ਪਹਿਲਾਂ ਸ਼ਾਇਦ ਉਤਸ਼ਾਹ ਨਹੀਂ ਸੀ, ਪਰ ਕੁਝ ਦਿਨ ਪਹਿਲਾਂ ਪੈਦਾ ਹੋਇਆ, ਫਿਰ ਵੀ ਆ ਕੇ ਗੁਰਦੁਆਰੇ ਮੰਗ ਤੇ ਕਰਦੇ ਨੇ ਨਾ ਕਿ ਪੋਥੀ ਸਾਹਿਬ ਦੇ ਦਿਓ। ਤੇ ਹੋ ਸਕਦਾ ਕੱਲ ਨੂੰ ਉਹ ਆਪਣੀ ਵੀ ਲੈ ਆਉਣ। ਪਰ ਸਿੱਖਾਂ ਨੂੰ ਆਪਣੇ ਅੰਦਰ ਬਹੁਤ ਸਾਰੇ ਉਤਸ਼ਾਹ ਪੈਦਾ ਕਰਨ ਦੀ ਲੋੜ ਹੈ। ਅੱਜ ਦਾ ਮਹੀਨਾ ਕਹਿ ਰਿਹਾ ਹੈ, ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀਏ ਹਰ ਜਾਏ। ਜਿਸ ਦਿਨ ਇਹ ਜ਼ਿੰਦਗੀ ਰੂਪੀ ਅਸੂ ਦੇ ਵਿੱਚ ਰੱਬ ਦੇ ਪਿਆਰ ਦਾ, ਸ਼ੁਭ ਗੁਣਾਂ ਦੇ ਪਿਆਰ ਦਾ, ਵਧੀਆ ਜੀਵਨ ਜਿਉਣ ਦਾ ਉਤਸ਼ਾਹ ਤੇਰੇ ਅੰਦਰ ਪੈਦਾ ਹੋ ਗਿਆ, ਉਦੋਂ ਤੂੰ ਇਹ ਸਵਾਲ ਪੈਦਾ ਕਰੇਗਾ, ਕਿਵੇਂ ਵਾਹਿਗੁਰੂ ਜੀ ਨੂੰ ਜਾ ਕੇ ਮਿਲਣਾ ਹੈ, ਕਿਵੇਂ ਰੱਬ ਰੂਪ ਹੋਣਾ ਹੈ। ਮਨ ਤਨ ਪਿਆਸ ਦਰਸ਼ਨ ਕਹੀਂ ਕੋਈ ਆਣ ਮਿਲਾਵੇ। ਜਿੱਦਣ ਤੇਰੇ ਮਨ ਵਿੱਚ, ਤੇਰੇ ਸਰੀਰ ਵਿੱਚ ਉਹਦੇ ਦਰਸ਼ਨਾਂ ਦੀ, ਉਹਦੇ ਨੇੜੇ ਹੋਣ ਦੀ, ਉਹਦੇ ਗਿਆਨ ਦੀ ਸਮਝ ਹਾਸਲ ਕਰਨ ਦੀ ਪਿਆਸ ਪੈਦਾ ਹੋਏ, ਉਦੋਂ ਤੂੰ ਕਹਿਣਾ ਹੈ ਕੋਈ ਆਣ ਮਿਲਾਵੇ ਮਾਂ, ਕੋਈ ਆ ਕੇ ਮੈਨੂੰ ਉਹਦੇ ਨਾਲ ਹੀ ਮੇਰੀ ਮਾਂ ਮਿਲਾ ਦੇ। ਸੰਤ ਸਹਾਈ ਪ੍ਰੇਮ ਕੇ ਹੋਂ ਤਿਨ ਕੇ ਲਾਗਾ ਪਾਏ। ਫਿਰ ਪਤਾ ਲੱਗੇ, ਕਿਉਂਕਿ ਪਹਿਲਾਂ ਤੇ ਬੰਦੇ ਨੂੰ ਭੁੱਖ ਪੈਦਾ ਹੋਏਗੀ ਤਾਂ ਪੁੱਛੇਗਾ ਨਾ ਕਿੱਥੇ ਕਿੱਥੇ ਇੰਡੀਅਨ ਫੂਡ ਮਿਲਦਾ ਹੈ। ਪਿਆਸ ਲੱਗੇਗੀ ਤਾਂ ਹੀ ਪੁੱਛੇਗਾ ਕਿੱਥੇ ਖੂਹ ਹੈ, ਕਿੱਥੇ ਟੂਟੀ ਲੱਗੀ ਹੈ ਪਾਣੀ ਪੀਣ ਵਾਸਤੇ, ਕਿੱਥੇ ਨਲਕਾ ਹੈ। ਜਿਸ ਦਿਨ ਤੁਹਾਡੇ ਅੰਦਰ ਪਿਆਸ ਪੈਦਾ ਹੋਏਗੀ ਗੁਰੂ ਪਰਮੇਸ਼ਰ ਦੇ ਨੇੜੇ ਹੋਣ ਦੀ, ਉਦੋਂ ਹੀ ਪੁੱਛੋਗੇ ਕਿਹੜਾ ਸਿਆਣਾ ਹੈ, ਕਿਹੜਾ ਸਮਝਾ ਸਕਦਾ ਹੈ, ਕਿਹੜਾ ਸਿਖਾ ਸਕਦਾ ਹੈ। ਗੁਰਦੁਆਰੇ ਵੱਧ ਤੋਂ ਵੱਧ ਹੋਣਾ ਕੋਈ ਮਾੜੀ ਗੱਲ ਨਹੀਂ, ਪਰ ਜਿੱਦਣ ਉਤਸ਼ਾਹ ਪੈਦਾ ਹੋ ਗਿਆ ਨਾ, ਉਦੋਂ ਫਿਰ ਜਗਿਆਸੂ ਇਹ ਪੁੱਛੇਗਾ ਕਿ ਕਿਹੜਾ ਗੁਰਦੁਆਰਾ ਹੈ ਜਿੱਥੇ ਸਹੀ ਗਿਆਨ ਦਿੱਤਾ ਜਾਂਦਾ ਹੈ, ਜਿੱਥੇ ਸਮਝਾਇਆ ਜਾਂਦਾ ਹੈ। ਉਦੋਂ ਬੰਦਾ ਇਹ ਨਹੀਂ ਕਹੇਗਾ ਨਹੀਂ ਜੀ ਅਸੀਂ ਤਾਂ ਸਾਰੇ ਥਾਵਾਂ ਤੇ ਹੋ ਆਈਦਾ ਹੈ, ਉੱਥੇ ਵੀ ਹੋਵੇ ਫਲਾਣੇ ਥਾਂ ਤੇ ਵਿੱਚ ਮੁਕਾਣੇ ਥਾਂ, ਕਿਉਂਕਿ ਪਤਾ ਹੈ ਮੱਥਾ ਟੇਕਣਾ ਤੇ ਚਲੇ ਜਾਣਾ। ਜਿੱਦਣ ਅੰਦਰ ਕੁਝ ਜਾਣਨ ਦੀ ਜਗਿਆਸਾ ਪੈਦਾ ਹੋਏ, ਫਿਰ ਬੰਦਾ ਲੱਭੇਗਾ ਕਿੱਥੇ ਅੱਜ ਕੋਈ ਸਿਆਣਾ ਵਿਅਕਤੀ ਆ ਰਿਹਾ ਹੈ ਸੁਣਾਉਣ ਵਾਸਤੇ, ਮੈਂ ਸੁਣ ਕੇ ਆਉਣਾ, ਕਿੱਥੇ ਕੋਈ ਸਮਝਾ ਰਿਹਾ ਹੈ। ਫਿਰ ਬੰਦਾ ਐਵੇਂ ਨਹੀਂ ਕਹੇਗਾ ਸਾਰੇ ਗੁਰਦੁਆਰੇ ਇੱਕੋ ਜਿਹੇ ਹੁੰਦੇ ਨੇ, ਸਾਰੇ ਸਕੂਲ ਜੇ ਇੱਕੋ ਜਿਹੇ ਹੁੰਦੇ ਨੇ, ਤੇ ਫਿਰ ਇੰਡੀਆ ਦੇ ਵਿੱਚ ਆਪਣੇ ਬੱਚਿਆਂ ਨੂੰ ਮਹਿੰਗੀਆਂ ਫੀਸਾਂ ਦੇ ਕੇ ਕੁਝ ਵਿਸ਼ੇਸ਼ ਸਕੂਲਾਂ ਦੇ ਵਿੱਚ ਕਿਉਂ ਪੜ੍ਹਨੇ ਪਾਉਂਦੇ ਨੇ ਮਾਂ ਪਿਓ? ਫਰਕ ਤੇ ਹੁੰਦਾ ਹੀ ਹੈ ਨਾ। ਆਪਾਂ ਇੱਥੇ ਆ ਕੇ ਵੀ ਹਜੇ ਆਪਣੇ ਸੁਭਾਅ ਨੂੰ ਚੇਂਜ ਥੋੜੀ ਕਰ ਸਕੇ। ਜਿੱਦਣ ਕੁਝ ਜਾਣਨ ਦੀ ਭਾਵਨਾ ਪੈਦਾ ਹੋ ਗਈ, ਉਦੋਂ ਸਵਾਲ ਪੈਦਾ ਹੋਏਗਾ ਕਿ ਕੋਈ ਹੈਗਾ, ਫਿਰ ਕੋਈ ਦੱਸੇਗਾ ਕਿ ਗੁਰੂ ਦੇ ਨਾਲ ਜੁੜੇ ਹੋਏ ਪਿਆਰੇ ਫਲਾਣੀ ਥਾਂ ਤੇ ਤੈਨੂੰ ਕੁਝ ਸੁਣਨ ਨੂੰ ਮਿਲੇਗਾ, ਸਮਝਣ ਨੂੰ ਮਿਲੇਗਾ, ਬਾਣੀ ਪੜ੍ਹ, ਗਿਆਨ ਦੇ ਨੇੜੇ ਹੋ। ਇੱਥੇ ਸੰਤ ਸਹਾਈ ਦਾ ਅਰਥ ਹੈ ਗੁਰੂ ਸਹਾਇਕ ਹੁੰਦਾ ਹੈ।
ਤੇ ਅਸੀਂ ਜਦੋਂ ਗੁਰੂ ਦੀ ਪਰਿਭਾਸ਼ਾ ਕਰਦੇ ਹਾਂ ਆਪਣੀ ਪਰੰਪਰਾ ਅਨੁਸਾਰ, ਅਸੀਂ ਕਹਿੰਦੇ ਹਾਂ ਬਾਣੀ। ਬਾਣੀ ਸਹਾਇਕ ਹੁੰਦੀ ਹੈ। ਬਾਣੀ ਨੂੰ ਅਸੀਂ ਸੰਗਤ ਵਿੱਚ ਵਿਚਾਰਦੇ ਹਾਂ, ਕੀਰਤਨ ਰੂਪ ਵਿੱਚ, ਵਿਚਾਰ ਰੂਪ ਦੇ ਵਿੱਚ, ਪਾਠ ਰੂਪ ਦੇ ਵਿੱਚ। ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੇ ਲਾਗਾ ਪਾਏ, ਬਿਨ ਪ੍ਰਭ ਕਿਉ ਸੁਖ ਪਾਈਏ ਦੂਜੀ ਨਾਹੀ ਜਾਏ। ਬਿਨਾ ਰੱਬੀ ਗੁਣਾਂ ਦੇ ਧਾਰਨ ਕੀਤਿਆਂ ਅਸੀਂ ਆਤਮਿਕ ਖੁਸ਼ੀਆਂ, ਅਸੀਂ ਜ਼ਿੰਦਗੀ ਦੇ ਸੁੱਖ ਨਹੀਂ ਪ੍ਰਾਪਤ ਕਰ ਸਕਦੇ। ਕੋਈ ਦੂਜੀ ਜਗ੍ਹਾ ਨਹੀਂ ਹੈ ਕਿ ਕੋਈ ਬੰਦਾ ਇਹ ਸੋਚੇ ਕਿ ਗੁਰੂ ਦੇ ਗਿਆਨ ਦੀ ਕਮਾਈ ਕਰਨ ਤੋਂ ਬਿਨਾਂ, ਸ਼ੁਭ ਗੁਣਾਂ ਦੀ ਪੂੰਜੀ ਇਕੱਠੀ ਕਰਨ ਤੋਂ ਬਿਨਾਂ, ਆਪਣੇ ਬਿਹੇਵੀਅਰ ਨੂੰ ਚੇਂਜ ਕਰਕੇ ਵਧੀਆ ਜੀਵਨ ਜਿਉਣ ਤੋਂ ਬਿਨਾਂ ਖੁਸ਼ੀਆਂ ਮਿਲ ਜਾਣਗੀਆਂ। ਜਦੋਂ ਤੱਕ ਅਸੀਂ ਆਪਣੇ ਸੁਭਾਅ ਦੇ ਉੱਪਰ, ਆਪਣੇ ਆਪੇ ਦੇ ਉੱਪਰ ਕੰਮ ਕਰਕੇ ਆਪਣੇ ਆਪ ਨੂੰ ਚੇਂਜ ਨਹੀਂ ਕਰਦੇ, ਸਾਡੀ ਜ਼ਿੰਦਗੀ ਵਿੱਚ ਸੁੱਖ ਨਹੀਂ ਆ ਸਕਦਾ। ਇੱਥੇ ਬੈਠ ਕੇ ਆਪਾਂ ਇਹੀ ਕਰਦੇ ਹਾਂ, ਜਿਹੜਾ ਸਾਡਾ ਬਿਹੇਵੀਅਰ ਹੈ ਆਪਾਂ ਉਹਦੇ ਉੱਪਰ ਕੰਮ ਕਰ ਸਕੀਏ। ਜਿਹੜੀ ਗੁਰੂ ਨਾਨਕ ਦੇ ਘਰ ਦੀ ਜ਼ਿੰਦਗੀ ਜਿਉਣ ਦੀ ਵਿਚਾਰਧਾਰਾ ਹੈ, ਜਿਹੜਾ ਵੇ ਆਫ ਲਾਈਫ ਗੁਰੂ ਨਾਨਕ ਦਾ ਹੈ, ਉਹਨੂੰ ਅਸੀਂ ਅਪਣਾ ਸਕੀਏ, ਉਹਨੂੰ ਸਮਝ ਸਕੀਏ। ਇਸ ਵਾਸਤੇ ਆਪਾਂ ਇੱਥੇ ਆਉਂਦੇ ਹਾਂ। ਕੋਈ ਦੂਜੀ ਥਾਂ ਨਹੀਂ, ਕੋਈ ਦੂਜਾ ਤਰੀਕਾ ਨਹੀਂ। ਜਿੰਨੇ ਮਰਜ਼ੀ ਕੋਈ ਕਰਮਕਾਂਡ ਕਰ ਲਵੇ, ਪਖੰਡ ਕਰ ਲਵੇ, ਮੰਤਰ ਜਾਪ ਕਰ ਲਵੇ, ਜਲ ਧਾਰੇ ਕਰ ਲਵੇ, ਪਹਾੜਾਂ ਦੀਆਂ ਟੀਸੀਆਂ ਤੇ, ਬਰਫ਼ ਦੀਆਂ ਸੱਲੀਆਂ ਤੇ ਬਹਿ ਕੇ ਬਾਰ-ਬਾਰ ਕੁਝ ਵੀ ਗੁਣਗੁਣਾਈ ਜਾਏ, ਜਿੰਨੀ ਮਰਜ਼ੀ ਐਵੇਂ ਦੀ ਪ੍ਰੈਕਟਿਸ ਕਰੀ ਜਾਏ, ਉਹਦੇ ਵਿੱਚੋਂ ਸੁੱਖ ਪੈਦਾ ਨਹੀਂ ਹੋਣੇ। ਜਦੋਂ ਤੱਕ ਅਸੀਂ ਆਪਣੇ ਆਪ ਨੂੰ ਚੇਂਜ ਨਹੀਂ ਕਰਦੇ ਗੁਰਬਾਣੀ ਦੇ ਰਾਹੀਂ, ਤੇ ਉਦੋਂ ਤੱਕ ਫਿਰ ਜ਼ਿੰਦਗੀ ਜਿਉਣ ਦਾ ਸਵਾਦ ਵੀ ਨਹੀਂ ਆ ਸਕਦਾ। ਜਿੰਨੇ ਉਹ ਸਵਾਦ ਲੈ ਲਿਆ ਉਹ ਕਹੇਗਾ ਵਾਹ। ਜਿੰਨੇ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ, ਅਗਾਏ ਤ੍ਰਿਪਤੀ ਉਹਨਾਂ ਨੂੰ ਪ੍ਰਾਪਤ ਹੋਣੀ। ਦੂਜਿਆਂ ਨੇ ਭੁੱਖੇ ਰਹਿਣਾ, ਉਹਨਾਂ ਨੇ ਦੌੜੀ ਜਾਣਾ। ਸਭ ਕੁਝ ਹੋਣ ਦੇ ਬਾਵਜੂਦ ਉਹਨਾਂ ਦੇ ਕੋਲ ਤ੍ਰਿਪਤੀ ਨਹੀਂ ਹੋਏਗੀ, ਸੰਤੋਖ ਕਦੇ ਨਹੀਂ ਆਏਗਾ। ਉਹ ਤਾਂ ਸਹਿਜ ਖਟੇ ਲੱਖ ਕੋ ਉਠਤਾ, ਤ੍ਰਿਪਤ ਨਾ ਆਵੇ ਮਾਇਆ ਪਾਛੈ ਪਾਵੇ। ਉਹਨੂੰ ਤ੍ਰਿਪਤੀ ਨਹੀਂ ਆ ਸਕਦੀ। ਹਜ਼ਾਰਾਂ ਤੋਂ ਬਾਅਦ ਲੱਖਾਂ, ਲੱਖਾਂ ਤੋਂ ਬਾਅਦ ਕਰੋੜਾਂ, ਮਹਾਰਾਜ ਕਹਿੰਦੇ ਨੇ ਨਹੀਂ ਆ ਸਕਦੀ ਤ੍ਰਿਪਤੀ। ਕਿਉਂਕਿ ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਜੋ ਪਾਵਕ ਈਂਧਣ ਨਹੀਂ ਧਰਾਪੇ ਬਿਨ ਹਰ ਕਹਾਂ ਅਗਾਈ। ਤੁਸੀਂ ਅੱਗ ਦੇ ਉੱਪਰ ਬਾਲਣ ਸੁੱਟੀ ਜਾਓ, ਅੱਗ ਨੇ ਕਿਹੜਾ ਬੁਝਣਾ, ਉਹਦੇ ਭਾਂਬੜ ਤੇ ਹੋਰ ਬਾਲਣੇ ਨੇ। ਤ੍ਰਿਪਤੀ ਆਏਗੀ ਜਦੋਂ ਤੁਹਾਨੂੰ ਜ਼ਿੰਦਗੀ ਦੀ ਸਮਝ ਆ ਗਈ, ਜੀਵਨ ਦੀ ਅਸਲੀਅਤ ਦੀ ਸਮਝ ਆ ਗਈ। ਜਦੋਂ ਇਹ ਪਤਾ ਲੱਗ ਗਿਆ ਚੱਲਦਾ ਰਹਿਣਾ ਹੈ ਸਾਰਾ ਕੁਝ, ਮੈਂ ਹੀ ਇਕੱਲੇ ਨੇ ਠੇਕਾ ਨਹੀਂ ਲਿਆ ਹੋਇਆ, ਜਿਹੜੇ ਮੇਰੇ ਬੱਚੇ ਨੇ ਉਹਨਾਂ ਨੇ ਵੀ ਆਪਣੇ ਭਲੇ ਵਾਸਤੇ ਅੱਗੇ ਆਉਣ ਵਾਲੇ ਸਮੇਂ ਵਿੱਚ ਮਿਹਨਤ ਕਰਨੀ ਹੈ, ਉਹਨਾਂ ਨੇ ਵੀ ਬਹੁਤ ਕੁਝ ਕਮਾ ਲੈਣਾ। ਤੂੰ ਆਪਣੇ ਬਾਰੇ ਵੀ ਸੋਚ, ਆਪਣੇ ਆਤਮਾ ਦੇ ਭਲੇ ਵਾਸਤੇ, ਆਤਮਿਕ ਜੀਵਨ ਵਾਸਤੇ, ਆਪਣੇ ਸਰੀਰਕ ਜੀਵਨ ਵਾਸਤੇ, ਆਪਣੀ ਜ਼ਿੰਦਗੀ ਵਾਸਤੇ ਵੀ ਸੋਚਣਾ ਸ਼ੁਰੂ ਕਰ। ਆਪ ਤਿਆਗ ਬਿਨਤੀ ਕਰੇ ਲਿਹੋ ਪ੍ਰਭੂ ਲੜ ਲਾਏ। ਆਪਾਂ ਭਾਵ ਆਪਣੀ ਈਗੋ ਨੂੰ, ਆਪਣੀ ਹਉਮੈ ਨੂੰ ਤਿਆਗ ਕੇ ਬੇਨਤੀ ਕਰ ਕਿ ਇਹ ਵਾਹਿਗੁਰੂ ਮੈਨੂੰ ਆਪਣੇ ਚਰਨਾਂ ਨਾਲ ਜੋੜ ਲੈ, ਭਾਵ ਕਿ ਮੈਨੂੰ ਆਪਣੇ ਵਰਗਾ ਬਣਾ ਲੈ। ਜਿਹੜੇ ਗੁਣਾਂ ਦੀ ਵਿਆਖਿਆ ਆਪਾਂ ਬਾਣੀ ਵਿੱਚ ਕਰਦੇ ਹਾਂ, ਜਿਹੜਾ ਸਰੂਪ ਗੁਰਬਾਣੀ ਵਿੱਚ ਰੱਬ ਜੀ ਦਾ ਮਿਥਿਆ ਹੋਇਆ ਹੈ, ਉਹ ਰੂਪ ਮੇਰਾ ਬਣ ਜਾਏ। ਤੇ ਜਿਹੜਾ ਵੀ ਕੋਈ ਐਵੇਂ ਦਾ ਰੂਪ ਬਿਆਨ ਕਰਨ ਵਾਲਾ ਹੋਏਗਾ, ਉਹਦੇ ਪ੍ਰਤੀ ਪਤਾ ਕੀ ਬੰਦਾ ਸ਼ਬਦ ਵਰਤੇਗਾ, ਕੋਈ ਜਨ ਹਰਸੋਂ ਦੇਵੇ ਜੋਰ, ਚਰਨ ਗਹੂੰ ਬਖੂ ਸੁਬਰਸਨਾ ਦੀਜੇ ਪ੍ਰਾਣ ਅਕੋਰ। ਕਹਿਣ ਲੱਗੇ ਫਿਰ ਤੁਸੀਂ ਉਹਦੇ ਚਰਨ ਫੜਨ ਨੂੰ ਵੀ ਤਿਆਰ ਹੋਵੋਗੇ, ਜ਼ੁਬਾਨ ਨਾਲ ਉਹਦੇ ਪ੍ਰਤੀ ਧੰਨਵਾਦ ਦੇ ਪਿਆਰ ਭਿੱਜੇ ਬੋਲ ਵੀ ਕਹੋਗੇ। ਜੇ ਭੇਟਾ ਵੀ ਦੇਣੀ ਪੈ ਜਾਏ ਤੇ ਪਤਾ ਕਿਹੜੀ ਭੇਟਾ ਦਿਓਗੇ, ਦੀਜੇ ਪ੍ਰਾਣ, ਪ੍ਰਾਣ ਤੱਕ ਨਿਸ਼ਾਵਰ ਕਰਨ ਵਾਸਤੇ ਹੋ ਜਾਓਗੇ। ਤੈ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੀਜੇ, ਸੀਸ ਵੱਡੇ ਕਰ ਬੈਸਨ ਦੀਜੇ ਬਿਨ ਸਿਰ। ਹੋ ਨਹੀਂ ਸਕਦਾ, ਪਰ ਸਿੰਬੋਲਿਕ ਢੰਗ ਨਾਲ ਸਮਝਾਇਆ। ਇੰਨਾ ਆਤਮਿਕ ਸਮਰਪਣ। ਮੰਨ ਲਓ ਕੋਈ ਬੰਦਾ ਆਪਣੀ ਧੌਣ ਵੱਢ ਕੇ ਕਹੋ ਜੀ ਆਹ ਆਸਣ ਹੈ ਤੁਹਾਡਾ, ਇਹਦੇ ਤੇ ਬਹਿ ਜਾਓ, ਤੇ ਹੁਣ ਧੌਣ ਹੀ ਵੱਢੇਗੀ, ਹੁਣ ਸਿੱਖਣਾ ਕਿੰਨੇ ਹੈ, ਬੰਦਾ ਉੱਥੇ ਡਿੱਗ ਗਿਆ, ਮੁੱਕ ਗਿਆ। ਨਹੀਂ, ਸਿੰਬੋਲਿਕ ਢੰਗ ਨਾਲ ਦਰਸਾਇਆ ਗਿਆ ਹੈ। ਇੰਨਾ ਸਮਰਪਣ ਦੀ ਅਖੀਰ ਕਰ ਦੇਗਾ ਬੰਦਾ ਉਸ ਵਿਅਕਤੀ ਦੇ ਪ੍ਰਤੀ, ਜਿਹੜਾ ਕੋਈ ਤੁਹਾਨੂੰ ਸੱਚ ਨਾਲ ਜੋੜਨ ਦਾ ਯਤਨ ਕਰੇਗਾ। ਤੇ ਇਹ ਭਾਵਨਾ ਦੇ ਵਿੱਚੋਂ ਹੀ ਬਾਣੀ ਦੇ ਪ੍ਰਤੀ ਪਿਆਰ ਪੈਦਾ ਹੁੰਦਾ, ਬਾਣੀ ਕਹਿਣ ਵਾਲਿਆਂ ਪ੍ਰਤੀ ਵੀ ਪਿਆਰ ਪੈਦਾ ਹੁੰਦਾ। ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤੇ ਨਾ ਜਾਏ। ਜਿਹੜੇ ਵਾਕਈ ਹੀ ਉਸ ਕੰਤ ਵਾਹਿਗੁਰੂ ਜੀ ਦੇ ਨਾਲ ਮਿਲ ਗਏ, ਉਹਦੇ ਵਿੱਚ ਅਭੇਦ ਹੋ ਗਏ, ਉਹ ਫਿਰ ਵਿਛੜਦੇ ਨਹੀਂ। ਇਹ ਨਹੀਂ ਕਿ ਅੱਜ ਉਹ ਸੰਤ ਬਣਿਆ ਫਿਰਦਾ ਹੈ, ਸਾਧੂ ਬਣਿਆ ਫਿਰਦਾ, ਧਰਮੀ ਬਣਿਆ ਫਿਰਦਾ, ਤੇ ਕੱਲ ਉਹਨੂੰ ਕਿਤੇ ਬੰਦਾ ਚੋਰੀਆਂ ਕਰਦਾ ਹੋਇਆ ਵੇਖ ਲਵੇ, ਵਿਸ਼ੇ ਵਿਕਾਰ ਕਮਾਉਂਦਾ ਹੋਇਆ ਵੇਖ ਲਵੇ। ਨਹੀਂ, ਇੱਕ ਵਾਰ ਵਾਕਈ ਉਹ ਸੁਭਾਅ ਬਣ ਗਿਆ, ਉਸ ਸੁਭਾਅ ਵਿੱਚ ਜਦੋਂ ਸਵਾਦ ਆਉਣ ਲੱਗ ਪਿਆ, ਫਿਰ ਉਹ ਸੁਭਾਅ ਕਦੇ ਨਹੀਂ ਬਦਲ ਸਕਦਾ।
ਤੇ ਜਿਹੜੇ ਅੱਜ ਕੁਝ ਨੇ ਤੇ ਕੱਲ ਕੁਝ ਨੇ, ਅਸਲ ਦੇ ਵਿੱਚ ਉਹ ਕੁਝ ਬਣੇ ਹੀ ਨਹੀਂ ਸਨ। ਉਹਨਾਂ ਨੇ ਕੇਵਲ ਕੱਪੜੇ ਪਾਏ ਹੋਏ ਸਨ, ਵਿਖਾਵਾ ਕੀਤਾ ਹੋਇਆ ਸੀ। ਜੇ ਉਵੇਂ ਦੇ ਬਣ ਜਾਂਦੇ, ਕਿਉਂਕਿ ਬ੍ਰਹਮ ਮਿਲਿਆ, ਕੋਏ ਨਾ ਸਾਕੇ ਭਿੰਨ ਕਰ ਬਲਰਾਮ ਜੀ, ਉਹ ਤੇ ਕਦੇ ਫਿਰ ਭਿੰਨ ਹੋ ਹੀ ਨਹੀਂ ਸਕਦਾ। ਇੱਕ ਵਾਰ ਜੇ ਉਹਦਾ ਰੂਪ ਬਣ ਗਿਆ, ਜਿਵੇਂ ਕਿਸੇ ਚੀਜ਼ ਨੂੰ ਆਕਾਸ਼ ਵਿੱਚ ਇੰਨੀ ਉੱਚੀ ਸੁੱਟ ਦਿਓ ਕਿ ਉਹ ਜਿਹੜੀ ਧਰਤੀ ਦਾ ਗੁਰਤਾ ਆਕਰਸ਼ਣ ਉਹਦੇ ਤੋਂ ਉੱਪਰ ਚਲੀ ਜਾਏ, ਫਿਰ ਉੱਪਰ ਘੁੰਮਣ ਲੱਗ ਪੈਂਦੀ, ਹੇਠਾਂ ਨਹੀਂ ਡਿੱਗਦੀ। ਤੇ ਜਿਹੜੀ ਉੱਪਰ ਕਿਸੇ ਸਮੇਂ ਉੱਪਰ ਉੱਡਦੀ ਹੋਈ ਵੇਖੀ ਤੇ ਫਿਰ ਧੜਾਮ ਕਰਕੇ ਥੱਲੇ ਡਿੱਗ ਪਈ, ਉਹ ਪਤਾ ਕੀ ਹੈ? ਫਿਰਦੀ ਫਿਰਦੀ ਦਹਿ ਦਸਾ ਜਲ ਪਰਬਤ ਬਨ ਰਾਏ, ਜਿੱਥੇ ਡਿਠਾ ਮਿਰਤ ਕੋ ਇੱਲ ਬੈਠੀ, ਉਹ ਤਾਂ ਇੱਲ ਏ, ਉੱਡ ਰਹੀ ਏ। ਜਿੱਥੇ ਗੰਦ ਵੇਖਿਆ ਧੜਾਮ ਕਰਕੇ ਥੱਲੇ, ਵੇਖਣ ਵਾਲੇ ਨੇ ਕਹਿਣਾ ਇੱਲ ਕਿੰਨਾ ਉੱਚਾ ਉੱਡਦੀ ਹੈ, ਕਿੰਨਾ ਸਹਿਜ ਏ, ਖੰਭ ਐ ਖਿਲਾਰੇ ਨੇ, ਖੰਭ ਵੀ ਨਹੀਂ ਮਾਰ ਰਹੀ, ਉੱਡ ਰਹੀ ਏ। ਪਰ ਜਦੋਂ ਆ ਕੇ ਧੜਾਮ ਕਰਕੇ ਥੱਲੇ ਡਿੱਗੀ, ਉਸ ਉਚਾਈ ਤੱਕ ਅਜੇ ਬਹੁਤ ਸਾਰੀਆਂ ਐਵੇਂ ਦੀਆਂ ਇੱਲਾਂ ਨੇ, ਰੰਗ ਬਰੰਗੇ ਕੱਪੜਿਆਂ, ਰੰਗ ਬਰੰਗੀਆਂ ਧਾਰਮਿਕ ਪੱਗਾਂ ਦੇ ਵਿੱਚ। ਉਹ ਵੇਖਣ ਵਾਲਾ ਕਹਿੰਦਾ ਬੜਾ ਉੱਚਾ ਉੱਡਦਾ ਹੈ, ਪਰ ਉਹ ਤੇ ਰੀਸਾਂ ਕਰ ਰਹੇ ਹੁੰਦੇ ਨੇ। ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਜ, ਕੀੜਾ ਰੀਸ ਕਰਨ ਲੱਗ ਪਵੇ ਤੇ ਖੰਭ ਹੀ ਨਹੀਂ ਹੈਗੇ ਤੇ ਉੱਡ ਕਿਵੇਂ ਸਕੇਗਾ? ਆ ਕੁਦਰਤੀ ਉਤਸ਼ਾਹ ਦੀ ਗੱਲ ਦੇ ਵਿੱਚੋਂ ਆ ਮਹਾਰਾਜ ਨੇ ਉਤਸ਼ਾਹ ਪੈਦਾ ਕਰਨ ਵਾਸਤੇ ਇਹ ਭੋਗ ਦੇ ਜਿਹੜੇ ਸ਼ਲੋਕ ਜਦੋਂ ਸ਼ੁਰੂ ਹੁੰਦੇ ਨੇ ਨੌਵੇਂ ਮਹੱਲੇ ਤੋਂ ਪਹਿਲਾਂ, ਖੰਭ ਬਕਾਂਦੜੇ ਜੇ ਲਾਹ ਕੇ ਨਾ ਸਾਮੀ ਤੋਂ ਤਨ ਜੜਾਏ ਆਪਣੇ ਲਾਹਾਂ ਤੋਂ ਸੱਜਣ ਤੋਂ, ਮੈਨੂੰ ਖੰਭ ਮਿਲ ਜਾਣ, ਮੈਂ ਉਹ ਲਾ ਕੇ ਉੱਡ ਜਾਵਾਂ। ਉਤਸ਼ਾਹ ਹੀ ਤਾਂ ਹੈ, ਜਿਹਦੇ ਅੰਦਰ ਭਾਵਨਾ ਹੈ ਕਿਤੇ ਪਹੁੰਚਣ ਦੀ, ਉਹ ਤੇ ਯਤਨ ਕਰੇਗਾ, ਲੱਭੇਗਾ ਉਹ ਸਾਧਨ ਜਿਹਦੇ ਉੱਪਰ ਸਵਾਰ ਹੋ ਕੇ ਜਲਦੀ ਪਹੁੰਚ ਜਾਏ। ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤੇ ਨ ਜਾਏ, ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰਿ ਸੁਨਾਏ। ਵਾਹਿਗੁਰੂ ਜੀ ਦੇ ਸ਼ੁਭ ਗੁਣਾਂ ਤੱਕ ਪਹੁੰਚ ਪ੍ਰਾਪਤ ਕਰਨ ਤੋਂ ਬਿਨਾਂ ਕੋਈ ਹੋਰ ਗਿਆਨ ਨਹੀਂ, ਕੋਈ ਹੋਰ ਸਾਧਨ ਨਹੀਂ। ਤੇ ਇਹ ਸਾਧਨ ਮਿਲੇਗਾ ਗੁਰੂ ਦੀ ਸ਼ਰਨ ਵਿੱਚ ਆ ਕੇ, ਪਰਮਾਤਮਾ ਦੇ ਸ਼ੁਭ ਗੁਣਾਂ ਦੀ ਸ਼ਰਨ ਵਿੱਚ ਆ ਕੇ। ਅਸੂ ਸੁਖੀ ਵਸੰਦੀਆਂ ਜਿਨ੍ਹਾਂ ਮਿਲਿਆ ਹਰ ਰਾਏ। ਅਸੂ ਦੇ ਮਹੀਨੇ ਦੇ ਵਿੱਚ ਭਾਵ ਕਿ ਜੀਵਨ ਰੂਪੀ ਅਸੂ ਵਿੱਚ ਕੌਣ ਸੁਖੀ ਰਹਿਣਗੇ, ਕੌਣ ਖੁਸ਼ ਰਹਿਣਗੇ? ਜਿਨ੍ਹਾਂ ਕੋਲ ਮਾਇਆ ਹੈ। ਮਾਇਆ ਨਾਲ ਨਹੀਂ, ਇੱਕ ਕੰਨੇ ਦਾ ਫਰਕ ਹੈ, ਮਾਇਆ ਇੱਕ ਮਾਇਆ। ਮਾਇਆ ਦੇ ਨਾਲ ਤੇ ਭੜਕਣਾ ਹੋਰ ਵਧੇਗੀ। ਮਾਇਆ ਵੀ ਚਾਹੀਦੀ ਹੈ, ਪਰ ਜੇ ਮਾਇਆ ਦੇ ਨਾਲ ਮਾਇਆ ਵੀ ਹੋਵੇ, ਬੈਲੈਂਸ ਤੇ ਬਹੁਤ ਵਧੀਆ ਬਣਦਾ ਹੈ। ਮਹਾਰਾਜ ਕਹਿੰਦੇ ਨੇ ਅਸੂ ਸੁਖੀ ਵਸੰਦੀਆਂ ਜਿਨ੍ਹਾਂ ਮਾਇਆ ਹਰ ਰਾਏ। ਜਿਨ੍ਹਾਂ ਕੋਲ ਉਹਦੀ ਮਾਇਆ ਹੈ, ਉਹਦੀ ਰਹਿਮਤ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਉਹਦੇ ਸ਼ੁਭ ਗੁਣਾਂ ਪ੍ਰਤੀ ਪਿਆਰ ਹੈ, ਜਿਨ੍ਹਾਂ ਨੂੰ ਦਾ ਦਿਲ ਕਰਦਾ ਹੈ ਅੱਗੇ ਵਧਣ ਦਾ, ਤਰੱਕੀ ਕਰਨ ਦਾ, ਉਹੀ ਫਿਰ ਸੁਖੀ ਬਣਦੇ ਨੇ। ਗੁਰੂ ਕਿਰਪਾ ਕਰਨ ਇਸ ਮਹੀਨੇ ਦੇ ਰਾਹੀਂ ਆਪਾਂ ਸ਼ੁਭ ਗੁਣਾਂ ਦੀ ਪੂੰਜੀ ਨੂੰ ਆਪਣੀ ਜ਼ਿੰਦਗੀ ਵਿੱਚ ਬਣਾ ਸਕੀਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।